ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਘਨਨ ਕੇ ਨਾਸ਼ਕ, ਵਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਭਾਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰਮ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦਾਉ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਭ ਬਿਦ ਦੇਤਾ ਸਤਿਗੁਰੂ, ਬੋਲੇ ਬਜ ਤਤਕਾਲ। ਦਵਿਜ ਸੰਨਿਆਸੀ ਅਪਰ ਨਰ, ਸੁਨ ਲਹਿ ਭੀਰ ਵਿਸ਼ਾਲ। ਸਭ ਬਿਦ ਦੇਤਾ ਸਤਿਗੁਰੂ, ਬੋਲੇ ਬਚ ਤਤਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਗੁਰੂ ਗਰੀਬ ਨਵਾਜ, ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ, ਵਾਲੀਏ ਕੁੱਲ ਜਹਾਨ, ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਮਹਾਨ ਮਿਹਰਾਮਤ ਦੇ ਸਦਕਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਖੇ ਸ਼ਾਮ ਵੇਲੇ ਦੇ ਦੀਵਾਨ ਸਜੇ ਨੇ। ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀ ਕਥਾ ਵਾਰਤਾ, ਜੋ ਕਿ ਅਸੀਂ ਰੋਜ਼ਾਨਾ ਹੀ ਸੁਣਦੇ ਹਾਂ। ਆਓ ਗੁਰੂ ਕੇ ਸਿੱਖੋ, ਸਤਿਗੁਰਾਂ ਦੇ ਅੰਮ੍ਰਿਤਮਈ ਇਤਿਹਾਸ ਨੂੰ ਸੁਣੀਏ।
ਤਾਂ ਕਿ ਸਾਨੂੰ ਵੀ ਸਤਿਗੁਰਾਂ ਦੀ ਸਿੱਖਿਆ ਹਾਸਲ ਹੋਏ। ਸਤਿਗੁਰੂ ਜੀ ਨੇ ਸਾਨੂੰ ਕਿਹੜੀ ਸਿੱਖਿਆ ਦਿੱਤੀ ਹੈ, ਕਿਉਂਕਿ ਬਾਣੀ ਪੜ੍ਹਨ ਨਾਲ ਵੀ ਸਾਨੂੰ ਪੂਰਾ ਬੋਧ ਨਹੀਂ ਹੁੰਦਾ ਹੈ, ਸਮਝ ਨਹੀਂ ਲੱਗਦੀ ਹੈ। ਇਸ ਵਾਸਤੇ ਇਤਿਹਾਸ ਸਰਲ ਹੈ, ਸੌਖੈਨ ਹੀ ਸਾਨੂੰ ਸਮਝ ਲੱਗ ਜਾਏਗੀ। ਤਾਂ ਕਰਕੇ ਆਓ ਜਿਤਨੇ ਵੀ ਮਾਈ ਭਾਈ ਗੁਰੂ ਕੇ ਸਿੱਖ ਨੇ ਬੜੇ ਪ੍ਰੇਮ ਨਾਲ ਇਤਿਹਾਸ ਨੂੰ ਸਰਵਣ ਕਰੀਏ, ਆਪਦੀਆਂ ਜ਼ਿੰਦਗੀ ਦੇ ਸਵਾਸਾਂ ਨੂੰ ਸਪਦਿਆਂ ਕਰੀਏ। ਜਿਵੇਂ ਅਸੀਂ ਪਿਛਲੇ ਦੀਵਾਨਾਂ ਵਿੱਚ ਸੁਣ ਰਹੇ ਸਾਂ ਕਿ ਸਤਿਗੁਰੂ ਮਹਾਰਾਜ ਜੀ ਹਰਿਆਣੇ ਕੁਰੂਕਸ਼ੇਤਰ ਵਿਖੇ, ਜਿੱਥੇ ਕਿ ਮਹਾਭਾਰਤ ਦਾ ਯੁੱਧ ਹੋਇਆ ਹੈ, ਇੱਥੇ ਸਤਿਗੁਰੂ ਜੀ ਗਏ ਨੇ। ਤਾਂ ਇੱਥੇ ਬੜੇ ਵੱਡੇ ਪੱਧਰ 'ਤੇ ਮੇਲਾ ਲੱਗਾ ਹੋਇਆ ਹੈ, ਜਿਸ ਵਿੱਚ ਤਮਾਮ ਹਿੰਦੂ ਲੋਕ ਜਿੰਨੇ ਵੀ ਖਤ ਦਰਸ਼ਨ ਨੇ, 4 ਆਸ਼ਰਮ ਨੇ, 4 ਵਰਨ, ਸਾਰੇ ਹੀ ਉੱਥੇ ਹਾਜ਼ਰ ਹੋਏ ਨੇ। ਅਤੇ ਸਤਿਗੁਰਾਂ ਦੇ ਮਨ ਵਿੱਚ ਖਿਆਲ ਹੈ ਵੀ ਜਿਵੇਂ ਕਿਵੇਂ ਹੋਏ ਇਹਨਾਂ ਸਾਰਿਆਂ ਨੂੰ ਸੱਚੇ ਨਾਮ ਦਾ ਉਪਦੇਸ਼ ਦਿੱਤਾ ਜਾਣਾ ਚਾਹੀਦਾ ਹੈ। ਪਰ ਹੁਣ ਉਹਨਾਂ ਲੋਕਾਂ ਵਿੱਚ ਕੱਟੜਤਾ ਭਰੀ ਹੋਈ ਹੈ, ਲੱਭਾ-ਲੱਭ ਕੱਟੜਤਾ। ਜਿਵੇਂ ਸਾਡੇ ਵਿੱਚ ਵੀ ਕੱਟੜਤਾ ਹੈ, ਅਸੀਂ ਵੀ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੇ ਹਾਂ, ਪਰ ਕੱਟੜਤਾ ਉੱਥੋਂ ਤੱਕ ਠੀਕ ਹੈ ਜਿੱਥੋਂ ਤੱਕ ਗੁਰੂ ਦੀ ਆਗਿਆ ਹੈ। ਜਿੱਥੇ ਅਸੀਂ ਪਰਮਾਤਮਾ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਦਿੰਦੇ ਹਾਂ, ਉਹ ਕੱਟੜਤਾ ਸਾਨੂੰ ਲੈ ਕੇ ਬਹਿ ਜਾਂਦੀ ਹੈ, ਉਹ ਸਾਨੂੰ ਦੁਖੀ ਕਰਦੀ ਹੈ। ਉਹ ਜਿੰਨੇ ਵਿਦਵਾਨ ਸਨ, ਠੀਕ ਵੀ ਹੈ, ਉਹ ਵਿਦਵਾਨ ਸੀ, ਪੜ੍ਹੇ ਹੋਏ ਸੀ, ਪਰ ਪੜ੍ਹੀ ਹੋਈ ਵਿੱਦਿਆ ਦਾ ਹੰਕਾਰ ਅਚ ਅੰਮ੍ਰਿਤ ਜਾਸ ਹਲਹਲ ਹੋਵੈ, ਨਹੀਂ ਅਵਖਦ ਵੈਦ ਨਹੀਂ ਕਛਤਾਸੇ। ਇੱਕ ਬੰਦਾ ਅਨਪੜ੍ਹ ਹੈ, ਉਹਨੂੰ ਕੋਈ ਸਮਝ ਨਹੀਂ। ਇੱਕ ਪੜ੍ਹਿਆ ਲਿਖਿਆ ਵੀ ਅਨਪੜ੍ਹਾਂ ਵਾਲੀਆਂ ਗੱਲਾਂ ਕਰੇ, ਅਨਪੜ੍ਹ ਹੋ ਜਾਏ, ਉਹਦੇ ਵਾਸਤੇ ਕਿਹੜੀ ਦਵਾ ਹੈ। ਇੱਕ ਅਣਜਾਣ ਨੂੰ ਤਾਂ ਸਮਝਾਇਆ ਜਾ ਸਕਦਾ ਹੈ, ਪਰ ਸਮਝਦਾਰ ਨੂੰ ਕੌਣ ਸਮਝਾਏ। ਕਿਉਂਕਿ ਸਮਝਦਾਰ ਹੋ ਕੇ ਵੀ ਜੇਕਰ ਕੋਈ ਅਗਿਆਨੀਆਂ ਵਾਲੇ ਕੰਮ ਕਰੇ, ਖੁਸ਼ੀਆਂ ਗੱਲਾਂ ਕਰੇ, ਮੂੜਤਾ ਕਰੇ, ਉਹਨੂੰ ਕੌਣ ਸਮਝਾ ਸਕਦਾ ਹੈ। ਸਤਿਗੁਰਾਂ ਦੇ ਖਿਆਲ ਹੈ ਵੀ ਇਹਨਾਂ ਨੂੰ ਸਮਝਾਇਆ ਜਾਏ ਹੁਣ। ਅਤੇ ਪਰ ਕੌਣ ਸਤਿਗੁਰਾਂ ਨੂੰ ਦੇਖਦਾ ਹੈ। ਸਤਿਗੁਰੂ ਜੀ ਦੇ ਕੋਲ ਇੱਕ ਰਾਜਕੁਮਾਰ ਆਇਆ ਅਤੇ ਉਹਨੇ ਗੁਰੂ ਸਾਹਿਬ ਨੂੰ ਕਿਹਾ ਕਿ ਮਹਾਰਾਜ ਮੇਰੇ ਕੋਲ ਕੋਈ ਭੇਟਾ ਨਹੀਂ ਹੈ, ਇਹ ਤੁਸੀਂ ਕਿਰਪਾ ਕਰਕੇ ਹਿਰਨ ਤੁਹਾਡੇ ਕੋਲੋਂ ਮੈਂ ਲਿਆਂਦਾ ਹੈ। ਅਤੇ ਨਾਲ ਉਹਦੇ ਇੱਕ ਮੱਛੀ ਵੀ ਸੀ। ਇਹ ਭਾਈ ਮਨੀ ਸਿੰਘ ਜੀ ਦੁਆਰਾ ਜਿਹੜੀ ਜਨਮ ਸਾਖੀ ਲਿਖੀ ਹੈ, ਉਹਦੇ ਵਿੱਚ ਜ਼ਿਕਰ ਹੈ ਕਿ ਮੱਛੀ ਵੀ ਨਾਲ ਲਿਆਂਦੀ ਸੀ ਉਹਨੇ। ਇੱਕ ਮੱਛੀ ਹੈ ਮਾਰੀ ਲਿਆਂਦੀ ਹੈ, ਦੂਸਰੇ ਬੰਨੇ ਹਿਰਨ ਮਰਿਆ ਹੋਇਆ, ਅਤੇ ਇਹ ਦੋਨੋਂ ਮਟਕੇ ਵਿੱਚ ਪਾ ਲਿਆ ਹੈ ਮਾਸ, ਰਿੰਦਾ ਪਿਆ ਹੈ ਉਹ ਰਾਜਕੁਮਾਰ। ਅਤੇ ਸਾਰੇ ਹਿੰਦੂ ਲੋਕ ਇਕੱਠੇ ਹੋ ਕੇ ਸਤਿਗੁਰਾਂ ਦੇ ਕੋਲ ਆ ਗਏ, ਜਿੰਨੇ ਬ੍ਰਾਹਮਣ ਸਨ, ਪੰਡਿਤ ਸਨ, ਜਿੰਨੇ ਸਾਰੇ ਆ ਕੇ ਸਤਿਗੁਰਾਂ ਨੂੰ ਕਹਿਣ ਲੱਗੇ, ਤੁਸੀਂ ਬਹੁਤ ਵੱਡਾ ਪਾਪ ਕੀਤਾ ਹੈ, ਤੁਸੀਂ ਸਾਡੇ ਰੰਗ ਵਿੱਚ ਭੰਗ ਪਾਇਆ ਹੈ। ਅਸੀਂ ਧਾਰਮਿਕ ਕਿਰਿਆ ਕਰਮ ਕਰਦੇ ਪਏ ਸਾਂ ਅਤੇ ਤੁਸੀਂ ਆ ਕੇ ਇੱਥੇ ਮਾਸ ਰਿੰਨ੍ਹਿਆ ਹੈ, ਇਹ ਤੁਸੀਂ ਬਹੁਤ ਮੂੜਤਾ ਵਰਤਾਈ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਅਸੀਂ ਤਾਂ ਛਤਰੀ ਹਾਂ, ਅਤੇ ਛਤਰੀ ਦਾ ਕਰਮ ਕੀ ਹੈ। ਜੇ ਆਪ ਦੀ ਪ੍ਰਾਣਾਂ ਦੀ ਰੱਖਿਆ ਕਰਨੀ ਹੈ ਅਤੇ ਕਿਸੇ ਨੂੰ ਮਾਰ ਸਕਦਾ ਹੈ, ਜੇ ਆਪ ਦੇ ਪ੍ਰਾਣਾਂ ਦੀ ਰੱਖਿਆ ਕਰਨ ਵਾਸਤੇ ਕਿਸੇ ਨੂੰ ਮਾਰ ਵੀ ਸਕਦਾ ਹੈ ਅਤੇ ਆਪ ਦੇ ਪ੍ਰਾਣ ਦੇ ਵੀ ਸਕਦਾ ਹੈ। ਇਹ ਛਤਰੀ ਦਾ ਕਰਮ ਹੈ। ਧਰਮ ਵਿੱਚ ਮਰ ਵੀ ਸਕਦਾ ਹੈ, ਧਰਮ ਵਾਸਤੇ ਮਾਰ ਵੀ ਸਕਦਾ ਹੈ। ਅਤੇ ਸਤਿਗੁਰੂ ਕਹਿ ਲੱਗੇ ਅਸੀਂ ਛਤਰੀ ਹਾਂ, ਸਾਨੂੰ ਤਾਂ ਕੋਈ ਮਨਾਹੀ ਨਹੀਂ ਹੈ, ਤੁਸੀਂ ਕਿਵੇਂ ਸਾਨੂੰ ਕਹਿ ਸਕਦੇ ਹੋ। ਹਾਲਾਂਕਿ ਸਤਿਗੁਰਾਂ ਨੇ ਤਾਂ ਉਹਨੂੰ ਨਹੀਂ ਸੀ ਮਾਰਿਆ ਜਿਹੜਾ ਹਿਰਨ ਲਿਆਂਦਾ ਹੋਇਆ, ਉਹ ਰਾਜਕੁਮਾਰ ਨੇ ਲਿਆਂਦਾ ਹੋਇਆ ਹੈ। ਪਰ ਸਤਿਗੁਰਾਂ ਨੇ ਉਹਨਾਂ ਨੂੰ ਸਮਝਾਉਣ ਦਾ ਇੱਕ ਇਹ ਤਰੀਕਾ ਬਣਾ ਲਿਆ ਹੈ, ਸਬੱਬ ਬਣ ਗਿਆ ਨਾ ਹੁਣ, ਕਿਉਂਕਿ ਉੱਦਾਂ ਉਹਨਾਂ ਸੁਣਨੀ ਨਹੀਂ ਸੀ ਮਹਾਰਾਜ ਦੀ। ਹੁਣ ਕੋਲ ਆ ਗਏ ਹੈ, ਪੁੱਛਦੇ ਨੇ ਵੀ ਤੁਸੀਂ ਇਹ ਬੜਾ ਪਾਪ ਕੀਤਾ ਹੈ। ਅਤੇ ਸਤਿਗੁਰੂ ਜੀ ਹੁਣ ਬਾਣੀ ਦੇ ਰਾਹੀਂ ਸਮਝਾਉਂਦੇ ਨੇ ਉਹਨਾਂ ਨੂੰ। ਉਹ ਜਿਵੇਂ ਅਸੀਂ ਪਹਿਲਾਂ ਵੀ ਵਿਚਾਰ ਸੁਣੀ ਹੈ, ਅਗਲੀ ਵਿਚਾਰ ਜਿਵੇਂ ਆ ਰਹੀ ਹੈ, ਬੜੇ ਪ੍ਰੇਮ ਨਾਲ ਸਰਵਣ ਕਰਨ ਦਾ ਯਤਨ ਕਰਨਾ, ਉਚਾਰਨ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
सतनाम श्री वाहिगुरु साहिब जी। दोहरा सब विद बेता सतगुरु, बोले बच तत्काल। ਜਿਹੜੇ ਸਤਿਗੁਰੂ ਜੀ ਸਾਰੀਆਂ ਵਿਧੀਆਂ ਵਿਧਾਨਾਂ ਨੂੰ ਜਾਣਦੇ ਹੈ, ਸਤਿਗੁਰਾਂ ਨੂੰ ਕੋਈ ਇਹ ਨਹੀਂ ਹੈ ਕਿ ਪਤਾ ਕੁਛ ਨਹੀਂ ਹੈ। ਇਹ ਵੀ ਪਤਾ ਹੈ ਕਿ ਜੀਵ ਨੂੰ ਮਾਰਨਾ ਇਹ ਕਰਮ ਠੀਕ ਨਹੀਂ ਹੈ। ਪਰ ਸਤਿਗੁਰੂ ਜੀ ਨੇ ਇਹ ਭਰਮ ਕੱਢਣਾ ਹੈ ਵੀ ਜੇ ਸਰੀਰ ਨੂੰ ਮਾਰ ਵੀ ਦਿੱਤਾ ਹੈ ਤੇ ਆਤਮਾ ਨੂੰ ਕੌਣ ਮਾਰ ਸਕਦਾ ਹੈ। ਮੰਨ ਲਓ ਕਿਸੇ ਦਾ ਘਰ ਢਾਹ ਦਿੱਤਾ ਹੈ, ਕਿਸੇ ਦੇ ਘਰ ਢਾਇਆ ਬੰਦਾ ਤੇ ਨਹੀਂ ਮਰ ਗਿਆ ਹੈ, ਉਹ ਵੱਖਰੀ ਗੱਲ ਹੈ। ਅਸੀਂ ਕਹਾਂਗੇ ਤਾਂ ਗਰੀਬ ਮਾਰ ਹੋ ਗਈ ਹੈ, ਪਰ ਬੰਦਾ ਤੇ ਹਲੇ ਸਾਬਤ ਹੈ ਨਾ। ਇਹ ਸਤਿਗੁਰੂ ਮਹਾਰਾਜ ਜੀ ਉਹਨਾਂ ਦੇ ਅਗਿਆਨ ਨੂੰ ਮਿਟਣ ਵਾਸਤੇ ਇਹ ਬਹੁਤ ਗਿਆਨਪੂਰਵਕ ਸ਼ਬਦ ਉਚਾਰਦੇ ਨੇ। ਬੋਲੇ ਨੇ ਸਤਿਗੁਰੂ, ਜਿੱਥੇ ਸਾਰੇ ਸੰਨਿਆਸੀ ਦਿਗੰਬਰ ਇਤਿਆਦਿ ਸਾਰੇ ਪੰਡਿਤ ਪੁਰੋਹਿਤ ਖੜੇ ਨੇ, ਉੱਥੇ ਸਤਿਗੁਰੂ ਜੀ ਇਕੱਲੇ ਸੱਚੇ ਨਾਮ ਦਾ ਹੋਕਾ ਦੇ ਰਹੇ ਨੇ। ਉਚਾਰਨ ਕਰਦੇ ਦਵਿਜ ਸੰਨਿਆਸੀ ਅਪਰ ਨਰ, ਸੁਨਨੇ ਭੀਰ ਵਿਸਾਲ। ਦਵਿਜ ਨਾਮ ਹੁੰਦਾ ਪੰਡਿਤਾਂ ਦਾ, ਸੰਨਿਆਸੀ ਜਿਨ੍ਹਾਂ ਨੇ ਘਰ-ਬਾਰ ਉੱਕੇ ਤੌਰ 'ਤੇ ਛੱਡਿਆ ਹੋਇਆ, ਬਿਲਕੁਲ ਹੀ ਬਾਈਕਾਟ। ਉਹ ਐਡੇ ਤਿਆਗੀ ਜਿਹੜੇ ਸੀ ਉਹ ਵੀ ਸਤਿਗੁਰਾਂ ਦੇ ਕੋਲ ਖੜੇ ਹੈ। ਕੀ ਹੋ ਗਿਆ? ਘਰ-ਬਾਰ ਛੱਡ ਦਿੱਤਾ। ਅਗਿਆਨਤਾ ਨਹੀਂ ਖੜਾ ਛੱਡਦੀ ਹੈ। ਤੂੰ ਸਭ ਕੁਝ ਛੱਡ ਵੀ ਦੇ, ਮਾਨ ਅਭਿਮਾਨ ਇਹ ਨਹੀਂ ਛੁੱਟੇਗਾ। ਹੰਕਾਰ ਇੰਨੀ ਛੇਤੀ ਛੁੱਟਣ ਵਾਲਾ ਨਹੀਂ ਹੈ। ਇਸ ਕਰਕੇ ਸਾਰੇ ਖੜੇ ਨੇ, ਦੇਖਦੇ ਨੇ ਇਹ ਫਕੀਰ ਭਲਾ ਸਾਨੂੰ ਕੀ ਸਮਝਾਏਗਾ। ਸਾਰੇ ਖੜੇ ਨੇ ਤਮਾਸ਼ਾ ਦੇਖਣ ਵਾਸਤੇ। ਤੇ ਸਤਿਗੁਰੂ ਬੋਲੇ ਨੇ, ਮਹੱਲਾ ਪਹਿਲਾ। ਮਲਾਰ ਰਾਗ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਨੇ। ਪਹਿਲਾਂ ਵੀ ਤੁਸੀਂ ਉਹ ਸ਼ਲੋਕ ਸੁਣਿਆ ਹੈ, ਉਸੇ ਹੀ ਸ਼ਬਦ ਵਿੱਚ ਅਗਲਾ ਇਹ ਸਤਿਗੁਰੂ ਜੀ ਪੌੜੀ ਉਚਾਰਦੇ ਹੈ। ਮਹੱਲਾ ਪਹਿਲਾ। ਮਾਸ ਮਾਸ ਕਰ ਮੂਰਖ ਝਗੜੇ। ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜਾ ਮਨੁੱਖ ਹੈ ਨਾ, ਇੱਕ ਬੰਨੇ ਸਾਕਾ ਆਹਾਰੀ ਹੈ, ਇੱਕ ਬੰਨੇ ਮਾਸਾ ਆਹਾਰੀ ਹੈ। ਇਹ ਦੋਨਾਂ ਦੀ ਚਰਚਾ ਫਜ਼ੂਲ ਹੈ, ਦੋਨਾਂ ਨੂੰ ਗਿਆਨ ਨਹੀਂ ਹੈ। ਅਗਿਆਨਤਾ ਦੇ ਕਰਕੇ ਝਗੜਦੇ ਪਏ ਨੇ। ਕਿੰਨੇ ਵਿਵਾਦ ਖੜੇ ਹੋ ਜਾਂਦੇ ਹੈ। ਇੱਕ ਆਖਦਾ ਖਾਣਾ ਚਾਹੀਦਾ ਹੈ, ਦੂਸਰਾ ਕਹਿੰਦਾ ਨਹੀਂ ਖਾਣਾ ਚਾਹੀਦਾ ਹੈ। ਇਹ ਇੰਨੀ ਗੱਲ 'ਤੇ ਹੀ ਤਲਵਾਰਾਂ ਚੱਲ ਜਾਂਦੀਆਂ ਨੇ, ਮਾਰਿਆ ਜਾਂਦਾ ਇੱਕ ਦੂਸਰੇ ਨੂੰ। ਇਹ ਵਿਚਾਰ ਨੂੰ ਵਿਵਾਦ ਬਣਾ ਲਿਆ। ਇਸ ਤੋਂ ਪਤਾ ਲੱਗਦਾ ਹੈ ਵੀ ਸਾਡੇ ਅੰਦਰ ਵੀ ਅਹਿੰਸਾ ਪੂਰੀ ਨਹੀਂ ਹੈ। ਜੇ ਅਸੀਂ ਸੋਚਦੇ ਹਾਂ ਵੀ ਅਸੀਂ ਜੀਵਾਂ ਨੂੰ ਮਾਰ ਕੇ ਪਾਪ ਸਮਝਦੇ ਹਾਂ, ਅਤੇ ਫਿਰ ਕ੍ਰੋਧ ਕਾਹਦੇ ਲਈ? ਕ੍ਰੋਧ ਵਿੱਚ ਬੰਦਾ ਕਿੰਨਾ ਕੁਛ ਕਰ ਜਾਂਦਾ ਹੈ। ਸਤਿਗੁਰੂ ਕਹਿ ਲੱਗੇ ਫਜ਼ੂਲ ਦੀ ਚਰਚਾ ਹੈ। ਇਹ ਜਿਹੜੇ ਲੋਕ ਇਹ ਚਰਚਾ ਕਰਨ ਬੈਠ ਜਾਂਦੇ ਨੇ ਕਿ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ ਹੈ, ਸਤਿਗੁਰੂ ਕਹਿ ਲੱਗੇ ਮੂਰਖ ਨੇ। ਇਹ ਕਈਆਂ ਦੇ ਮਨ ਵਿੱਚ ਖਿਆਲ ਹੁੰਦਾ, ਜਿਵੇਂ ਮੈਨੂੰ ਪਿੱਛੇ ਜੇ ਇੱਕ ਨੇ ਕਿਹਾ, ਕਹਿਣ ਲੱਗਾ ਬਾਬਾ ਜੀ ਚਲੋ ਮਾਸ ਤਾਂ ਨਹੀਂ ਖਾਣਾ ਚਾਹੀਦਾ, ਆਂਡਾ ਤਾਂ ਖਾ ਹੀ ਲੈਣਾ ਚਾਹੀਦਾ ਹੈ। ਆਂਡੇ 'ਚ ਕਿਹੜਾ ਕੋਈ ਮਾਸ ਹੁੰਦਾ ਹੈ, ਆਂਡੇ 'ਚ ਕਿਹੜਾ ਕੋਈ ਜਾਨ ਹੁੰਦੀ ਹੈ। ਅਤੇ ਮੈਂ ਉਹਨੂੰ ਇੱਕੋ ਗੱਲ ਕਹੀ ਸੀ, ਮੈਂ ਕਿਹਾ ਵੀ ਜਿਹੜਾ ਬੱਚਾ ਨਵ ਜਨਮਿਆ ਹੈ ਉਹਨੂੰ ਕਿਹੜਾ ਪੀੜ ਹੁੰਦੀ ਹੈ, ਫਿਰ ਉਹਨੂੰ ਮਾਰ ਦੇਂਗਾ ਤੂੰ ਇਸ ਤਰ੍ਹਾਂ ਕਰ ਸਕਦਾ? ਕਹਿਣ ਲੱਗਾ ਨਹੀਂ ਨਹੀਂ ਬਾਬਾ ਜੀ ਇੱਦਾਂ ਕਿੱਦਾਂ ਹੋ ਸਕਦਾ। ਅਤੇ ਮੈਂ ਕਿਹਾ ਫਿਰ ਤੂੰ ਕਿਵੇਂ ਕਹਿ ਸਕਦਾ ਵੀ ਆਂਡੇ ਵਿੱਚ ਜਾਨ ਨਹੀਂ ਹੁੰਦੀ ਹੈ? ਆਂਡੇ ਵਿੱਚ, ਕਿਉਂਕਿ ਉਹ ਸਰੀਰ ਬਣਦਾ ਪਿਆ ਹੈ। ਜੇ ਦੇਖਿਆ ਜਾਏ ਹੈ ਤੇ ਉਹ ਵੀ ਮਾਸ ਦਾ ਲੋਥੜਾ ਹੈ, ਪਰ ਹਲੇ ਆਪ ਦੇ ਰੂਪ ਵਿੱਚ ਨਹੀਂ ਆਇਆ ਹੈ। ਜੇ ਦੇਖਿਆ ਜਾਏ, ਜੇ ਮਾਸ ਕੱਟਦਿਆਂ ਤੁਹਾਨੂੰ ਲੱਗਦਾ ਹੈ ਕਿ ਪਾਪ ਨਹੀਂ ਹੈ, ਤਾਂ ਫਿਰ ਆਪਣੇ ਆਪ ਨੂੰ ਕਿਉਂ ਨਾ ਕੱਟ ਲੈਂਦੇ ਹਾਂ। ਇਹ ਮੂਰਖਾਂ ਦੀ ਇਹ ਚਰਚਾ ਹੈ। ਗਿਆਨ ਇਹਦੇ ਵਿੱਚ ਕੋਈ ਨਹੀਂ ਹੋਣ ਵਾਲਾ ਕਿਸੇ ਨੂੰ, ਕਿਉਂਕਿ ਇੱਕ ਬੰਨੇ ਉਹ ਹੈ ਜਿਹਦੇ ਵਿੱਚ ਹੰਕਾਰ ਹੈ, ਉਹ ਆਖਦਾ ਮੈਂ ਸੱਚਾ ਸਾਬਤ ਹੋਵਾਂ। ਦੂਸਰਾ ਉਹ ਹੈ ਜਿਹਦੇ ਕੋਲੋਂ ਸਿਰਫ ਪ੍ਰਮਾਣ ਨੇ, ਕਦੇ ਉਹਦਾ ਪ੍ਰਮਾਣ ਕਦੇ ਉਹਦਾ ਪ੍ਰਮਾਣ, ਅਨੁਭਵ ਨਹੀਂ ਹੈ। ਐ ਨਹੀਂ ਦੇਖਦਾ ਕਿ ਜੇ ਸਾਡੇ ਕੋਈ ਫੱਟ ਵੱਜਿਆ ਪੀੜਾ ਹੁੰਦੀ ਹੈ ਤਾਂ ਫਿਰ ਅਸੀਂ ਜੀਵਾਂ ਨੂੰ ਮਾਰ ਮਾਰ ਕੋ ਕੇ ਖਾਂਦੇ ਹਾਂ। ਜੀਓ ਬਧੋ ਸੋ ਧਰਮ ਕਰ। ਸੋ ਕਹਿਣ ਲੱਗੇ
ਜੇ ਜੀਵਾਂ ਨੂੰ ਮਾਰਦੇ ਹੋ ਤੇ ਇਹਨੂੰ ਧਰਮ ਕਹਿੰਦੇ ਹੋ। ਅਧਰਮ ਕਹੋ ਕਤ ਭਾਈ, ਅਧਰਮ ਕੀ ਹੈ ਫਿਰ? ਜੇ ਜੀਵਾਂ ਨੂੰ ਮਾਰਨਾ ਤੁਸੀਂ ਧਰਮ ਸਮਝਦੇ ਹੋ, ਅਧਰਮ ਕੀ ਹੈ? ਇਹ ਫਜ਼ੂਲ ਦੀ ਚਰਚਾ ਹੈ। ਗਿਆਨ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਉਹ ਗਿਆਨ ਦੀ ਗੱਲ ਉਹਦੇ ਵਾਸਤੇ ਕਿਹੜੀਆਂ ਗੱਲਾਂ? ਨਾ ਧਿਆਨ ਦੀ ਗੱਲ, ਨਾ ਗਿਆਨ ਦੀ ਗੱਲ। ਇਹਦੇ ਵਿੱਚ ਹੀ ਸਿੱਖ ਉਲਝੇ ਫਿਰਦੇ ਨੇ, ਪੁੱਛਦੇ ਫਿਰਦੇ ਨੇ ਮਾਸ ਖਾਈਏ ਕਿ ਨਾ ਖਾਈਏ। ਇਹ ਕਈ ਸਾਲਾਂ ਤੋਂ ਚਰਚਾ ਛਿੜੀ ਹੋਈ ਹੈ। ਮੈਂ ਕਈ ਵਾਰੀ ਹੱਥ ਜੋੜ ਕੇ ਕਹਿ ਦਿੰਦਾ ਹੁੰਦਾ ਵੀ ਤੁਸੀਂ ਦੇਖ ਲਓ ਆਪਣਾ ਵਿਚਾਰ ਕਰਕੇ ਵੀ ਤੁਹਾਨੂੰ ਠੀਕ ਲੱਗਦਾ ਹੈ। ਗੁਰੂ ਸਾਹਿਬ ਨੇ ਤਾਂ ਇਹ ਸਪਸ਼ਟ ਕਿਹਾ ਹੋਇਆ ਹੈ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜਿਆ ਮਨ ਮੈਂ ਚਲੇ ਵਿਕਾਰ। ਹੁਣ ਹੋਰ ਖਾਣ ਦੀ ਗੱਲ ਇੱਥੇ ਸਿਰਫ ਮਾਸ ਦੀ ਨਹੀਂ ਹੈ, ਭਾਵ ਕਿ ਕੋਈ ਵੀ ਜਿਹੜੀ ਚੀਜ਼ ਵਾਧੂ ਖਾਣੀ ਹੈ, ਜਿਸ ਨਾਲ ਬੁੱਧੀ ਭ੍ਰਿਸ਼ਟ ਹੋ ਰਹੀ ਹੈ, ਜਿਸ ਨਾਲ ਸਾਡਾ ਸੰਤੁਲਨ ਵਿਗੜਦਾ ਪਿਆ ਹੈ। ਇਹ ਤਾਂ ਸਾਨੂੰ ਪਤਾ ਹੀ ਹੈ ਵੀ ਸ਼ਰਾਬ ਦੇ ਨਾਲ ਸਾਡੀ ਬੁੱਧੀ ਜਿਹੜੀ ਹੈ ਕੰਮ ਨਹੀਂ ਕਰਦੀ ਹੈ, ਸਾਨੂੰ ਸਮਝ ਨਹੀਂ ਆਉਂਦੀ ਹੈ, ਦਿਮਾਗ ਤਾਲੇ ਲੱਗ ਜਾਂਦੇ ਹੈ। ਇੱਕ ਹਿਸਾਬ ਦਾ ਉਹਨੇ ਚਿਰ ਵਾਸਤੇ ਤਾਂ ਬੰਦ ਹੀ ਹੋ ਜਾਂਦਾ ਸਾਰਾ ਕੁਛ, ਪਰ ਫਿਰ ਵੀ ਪੁੱਛਦੇ ਹੈ ਆਖੇ ਗੁਰੂ ਦੀ ਆਗਿਆ ਕੀ ਹੈ, ਸ਼ਰਾਬ ਪੀਣੀ ਚਾਹੀਦੀ ਹੈ ਕਿ ਨਹੀਂ ਪੀਣੀ ਚਾਹੀਦੀ ਹੈ? ਇਹ ਗਿਆਨ ਧਿਆਨ ਦੀ ਕੋਈ ਗੱਲ ਨਹੀਂ ਹੈ, ਸਿਰਫ ਮੂਰਖਤਾ ਵਾਲੇ ਸਵਾਲ ਨੇ। ਇਹ ਚਰਚਾ ਫਜ਼ੂਲ ਦੀ ਹੈ। ਸਤਿਗੁਰੂ ਕਹਿਣ ਲੱਗੇ ਇਹ ਮਾਸ ਮਾਸ ਕਰਦਾ ਹੋਇਆ ਮਨੁੱਖ ਝਗੜਦਾ ਹੈ, ਪਰ ਕੀ ਜਾਣਦਾ ਹੈ ਜਿਸ ਤੋਂ ਬੋਲਦਾ ਪਿਆ ਉਹ ਜ਼ਬਾਨ ਵੀ ਤਾਂ ਮਾਸ ਦੀ ਹੈ ਨਾ। ਇਹ ਕੌਣ ਸਮਝਦਾ ਹੈ? ਜਿਸ ਤਨ ਤੋਂ ਬੋਲਦਾ ਪਿਆ ਹੈ ਇਹ ਤਨ ਵੀ ਤਾਂ ਉਸੇ ਮਾਸ ਦਾ ਲੋਥੜਾ ਹੈ। ਫਿਰ ਕਾਹਦੀ ਚਰਚਾ? ਕੌਣ ਮਾਸ ਕੌਣ ਸਾਗ ਕਹਾਵੈ, ਕਿਸ ਮਹਿ ਪਾਪ ਸਮਾਣੇ। ਇਹ ਤਾਂ ਕੋਈ ਨਹੀਂ ਸਮਝਦਾ ਹੈ ਕਿ ਮਾਸ ਕੀ ਹੈ, ਸਾਗ ਕੀ ਹੈ, ਪਾਪ ਕਿਹਦੇ ਵਿੱਚ ਹੈ। ਇਹ ਸਮਝ ਲੈ, ਤੂੰ ਖੁਦ ਸਮਝ। ਜੇਕਰ ਬੰਦਾ ਕਿਸੇ ਨੂੰ ਦੁਖੀ ਕਰਦਾ ਪਿਆ ਹੈ, ਆਖਦਾ ਹੋਏ ਅਖੇ ਜੀ ਮੈਂ ਤਾਂ ਸ਼ਾਕਾਹਾਰੀ ਖਾਨਾ, ਮੈਂ ਤਾਂ ਹਰੀਆਂ ਹਰੀਆਂ ਸਬਜ਼ੀਆਂ ਖਾਨਾ ਹਾਂ, ਅਤੇ ਹਾਂ ਬਾਹਰੋਂ ਬਾਹਰ ਲੋਕਾਂ ਨੂੰ ਠੱਗੀ ਜਾਏ, ਗਰੀਬਾਂ ਦਾ ਧਨ ਖੋਹੀ ਜਾਏ, ਉਹਦਾ ਵੈਸ਼ਨੋ ਹੋਣਾ ਵੀ ਮਾਸਾਹਾਰੀ ਹੈ, ਸਮਝ ਲੈਣਾ। ਇੱਕ ਬੰਨੇ ਦੂਸਰਾ ਹੈ ਜਿਹਦੇ ਕੋਲ ਖਾਣ ਵਾਸਤੇ ਕੋਈ ਨਹੀਂ ਹੈ। ਕਈ ਸਿੱਖਾਂ ਦੇ ਮਨ ਵਿੱਚ ਹੁੰਦਾ ਇਹ ਗੱਲ, ਉਹ ਕਹਿੰਦੇ ਆ ਜੀ ਸਾਡੇ ਜਿੱਥੇ ਅਸੀਂ ਰਹਿੰਦੇ ਹਾਂ ਅਤੇ ਉੱਥੇ ਹੋਰ ਕੁਝ ਖਾਣ ਵਾਸਤੇ ਪ੍ਰਬੰਧ ਨਹੀਂ ਹੈ। ਆਹ ਥੋੜ੍ਹੇ 2 ਮਹੀਨੇ ਪਹਿਲਾਂ ਇੱਕ ਨਵਾਂ ਹੀ ਸਿੰਘ ਸੱਜਣ ਹੈਗਾ, ਹਲੇ ਤੇ ਉਹ ਸਹਿਜਧਾਰੀ ਹੈ ਸਿੱਖ ਵੈਸੇ, ਅਤੇ ਉਹ ਮੈਨੂੰ ਕਹਿੰਦਾ ਸੀ ਕਿ ਮਾਸ ਇੱਥੇ ਸ਼ਰੇਆਮ ਮਾਸ ਹੀ ਹੈ, ਹੋਰ ਖਾਣ ਵਾਸਤੇ ਨਹੀਂ ਹੈ, ਕਿਉਂਕਿ ਬੇਗਾਨਾ ਦੇਸ਼ ਹੈ। ਬਹੁਤੀਆਂ ਵਿਦੇਸ਼ਾਂ ਦੀਆਂ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਸ਼ਾਕਾਹਾਰੀ ਭੋਜਨ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ। ਉਹਨੇ ਮੈਨੂੰ ਪੁੱਛਿਆ ਸੀ ਕਿ ਬਾਬਾ ਜੀ ਹੈ ਹੀ ਮਾਸ ਹੈ ਅਤੇ ਮੈਂ ਕੀ ਕਰਾਂ ਹੁਣ, ਮੈਂ ਖਾਵਾਂ ਕਿ ਨਾ ਖਾਵਾਂ। ਅਤੇ ਮੈਂ ਉਹਨੂੰ ਇਹ ਗੱਲ ਕਹੀ ਸੀ ਵੀ ਚਲੋ ਜਿੰਨਾ ਚਿਰ ਤੇ ਤੇਰਾ ਨਹੀਂ ਸਰਦਾ ਤੂੰ ਹੁਣ ਖਾ ਹੀ ਲੈ, ਕਿਉਂਕਿ ਮਜਬੂਰੀ ਹੈ ਤੇਰੀ। ਮੈਂ ਤੈਨੂੰ ਹੁਣ ਇਹ ਜ਼ਬਰਦਸਤੀ ਨਹੀਂ ਕਹਿ ਸਕਦਾ। ਇੱਕ ਤਾਂ ਤੂੰ ਹਲੇ ਗੁਰੂ ਦੀ ਪੂਰੀ ਸਿੱਖਿਆ ਵੀ ਨਹੀਂ ਲਈ ਹੈ, ਇਸ ਕਰਕੇ ਤੂੰ ਹੁਣ ਖਾ ਲੈ, ਮਜਬੂਰੀ ਹੈ ਤੇਰੀ। ਮਜਬੂਰੀ ਵਾਸਤੇ ਕਲਗੀਧਰ ਜੀ ਨੇ ਵੀ, ਜਦੋਂ ਆਪ ਜੀ ਨੂੰ ਪਤਾ ਹੋਏਗਾ, ਗੁਰੂ ਸਾਹਿਬ ਜਦੋਂ ਉੱਚ ਦੇ ਪੀਰ ਬਣੇ ਹੈ, ਉੱਚ ਦੇ ਪੀਰ ਜਦੋਂ ਬਣੇ ਹੈ ਅਤੇ ਇੱਥੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਾਛੀਵਾੜੇ ਤੋਂ ਚੱਲੇ ਹੈ, ਨਾਲ ਨੇ ਭਾਈ ਗਨੀ ਖਾਨ, ਨਬੀ ਖਾਨ, ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ। ਇਹ 5 ਸਿੱਖ ਗੁਰੂ ਸਾਹਿਬ ਦੇ ਨਾਲ ਨੇ। ਅਤੇ ਰਾਹ ਵਿੱਚ ਨਾਕਾ ਲੱਗਾ ਹੋਇਆ ਸੀ। ਉਹਨਾਂ ਆਖਿਆ ਵੀ ਇਹ ਕੌਣ ਨੇ? ਨਬੀ ਖਾਨ ਨੇ ਆਖਿਆ ਇਹ ਉੱਚ ਦੇ ਪੀਰ ਨੇ। ਇਹ ਮੁਸਲਮਾਨਾਂ ਦੇ ਵਿੱਚ ਉੱਚ ਦੀ ਬੜੀ ਮਹਾਨਤਾ ਹੈ। ਇਹ ਉੱਚ ਮੁਲਤਾਨ ਦੇ ਨੇੜੇ ਇੱਕ ਸ਼ਹਿਰ ਹੈ ਜਿੱਥੋਂ ਦੇ ਪੀਰਾਂ ਨੂੰ ਬੜਾ ਵੱਡਾ ਉੱਚਾ ਸੁੱਚਾ ਮੰਨਿਆ ਜਾਂਦਾ। ਉਹਨਾਂ ਆਖਿਆ ਇਹ ਉੱਚ ਦੇ ਪੀਰ ਹੈ। ਕਹਿੰਦਾ ਕਿ ਉੱਚ ਦੇ ਪੀਰ ਹੈ, ਫਿਰ ਤਾਂ ਬੜੇ ਮਹਾਨ ਹੋਏ ਹੈ, ਫਿਰ ਸਾਡੇ ਨਿਉਂਦੇ ਨੂੰ ਛਕ ਕੇ ਜਾਣ, ਸਾਡੇ ਕੋਲ ਭੋਜਨ ਛਕ ਕੇ ਜਾਣ। ਤਾਂ ਉਸ ਵੇਲੇ ਗਨੀ ਖਾਨ ਜੀ ਨੇ ਕਿਹਾ ਵੀ ਇਹ ਫਕੀਰ ਤਾਂ ਰੋਜ਼ੇ ਰੱਖੇ ਹੋਏ ਨੇ, ਇਹਨਾਂ ਨੇ ਤਾਂ ਖਾਂਦੇ ਕੁਛ ਨਾ। ਕਹਿਣ ਲੱਗੇ ਚਲੋ ਇਹ ਨਾ ਖਾਂਦੇ ਫਿਰ ਚੇਲੇ ਤਾਂ ਖਾ ਹੀ ਲੈਣਗੇ, ਜੇ ਮੁਰਸ਼ਿਦ ਨਹੀਂ ਖਾਂਦਾ ਹੈ ਫਿਰ ਜਿਹੜੇ ਇਹਨਾਂ ਦੇ ਚੇਲੇ ਹੈ ਉਹ ਤਾਂ ਖਾ ਹੀ ਲੈਣਗੇ। ਫਿਰ ਉਹਨਾਂ ਨੂੰ ਮਜਬੂਰੀ ਖੜੀ ਹੋ ਗਈ। ਕੀ ਕਰਦੇ? ਗੁਰੂ ਸਾਹਿਬ ਵੱਲ ਇਸ਼ਾਰਾ ਕੀਤਾ ਵੀ ਗੁਰੂ ਸਾਹਿਬ ਕਹਿਣ ਲੱਗੇ ਵੀ ਚਲੋ ਜੇ ਆਖਦੇ ਤਾਂ ਹੁਣ ਕਰਨਾ ਹੀ ਪੈਣਾ ਹੈ। ਵੀ ਭਾਈ ਦਇਆ ਸਿੰਘ ਜੀ, ਮਾਨ ਸਿੰਘ ਹੋਣੇ ਬੜੇ ਘਬਰਾਏ ਹੈ ਵੀ ਕਿਧਰੇ ਮਾਸ ਨਾ ਖਵਾ ਦੇਣ ਸਾਨੂੰ, ਸਾਡਾ ਧਰਮ ਭ੍ਰਿਸ਼ਟ ਹੋ ਜਾਏਗਾ।
सतगुरु जी ने कहा भी जदों हुण तुहानूं पता है मजबूरी है, तो गुरु साहब ने कहा भी तुसीं किरपान भेटां कर दिओ, किरपान भेटां करके छक लो, क्योंकि मजबूरी है। प्राणां दी रखिया वास्ते सिख खा सकदा कोई, क्योंकि सिख इन्ना भी हले कमज़ोर दिल नहीं है। सिख एक जैनियां वर्गा मत नहीं है, सिख आज़ाद मत है। जे लोड़ पए अपने प्राण भी दे सकता है, लोड़ पए दुष्ट नूं संघार भी सकता है। सिख कोई बुज़दिलां दा धर्म नहीं है, सिख सूरमिਆਂ ਦਾ धर्म है। लोड़ पए सिर दे सकता है, तो पंथ की लोड़ पए तो सिर लै भी सकता है। इस वास्ते यह मूर्खां की चर्चा है जिहड़ा कहता है मांस खाना चाहिए, नहीं खाना चाहिए। ये जदों सतगुरां ने कहा सी उस वेले भी किरपान भेटां कर लो, तो तुसीं हैरान हो गए। पंथ प्रकाश विच लिखिया है कि उन्हां मौलानिਆਂ ने होर जिहड़े नेड़े तेड़े सन अफसर सी, वो कह लगे जे तुमरी कौन रीत जनाई, ऐ तुहाडी किहड़ी रीति है, तुसीं मुसलमान हो, ऐ तलवार भेटां करदे पए हो भोजन विच। ते फिर गनी खां ते नबी खां ने पता की आख्या सी, कह लगे तुहानूं पता नहीं है, ऐ हुण मक्के विच नवीं शरह कायम हुई है। उन्हां आख्या भी हुण भोजन खाना तो तलवार विच भेटा करिया करो, ऐ हुण नवां धर्म कायम होया। तो वो अफसर सन, कह लगे अच्छा सानूं तो ना पता लगा, कह लगे हुण अगे तो तुसीं भी ख्याल रखियो। तो दसदे आ जदों भोजन छकिया ना भाई दया सिंह होना ने, संसा मन विचों ना गया। तो गुरु साहब ने कहा भी जे संसा है ना, यह भोजन थोड़ा रख लियो अपना। तो फिर जदों अगले दिन तुहानूं दसांगे सारा खेल दसांगे। अगले दिन जदों भोजन देखिया ना, सारा कड़ाह प्रशाद बनिया होया सी। यह गुरु की महानता है। लोड़ पए तो सिख जदों हुण प्राणां दी रखिया करनी है खा सकता है, पर देखे जवान के चस्के वास्ते ना कदे वास्ते खाए। ऐ तो समझ लैना जिस दी प्राणां दी असी आहुति लई हुई है ना, लेखा तो सानूं देना पएगा, इस कोई शक नहीं है। क्योंकि जो असी कर्म करते पे हाँ उहदा सारा हिसाब किताब बकायदा देना पवेगा। पर सतगुरु जी एक बने कह रहे कौन मास कौन साग कहावै, यह केड़ा मास है तो केड़ा साग है, किस विच पाप समाया होया है। दसदे हाँ गैंडा मार होम जग कीए, देवतियां की बाने। ए मनु सिमरती विच लिखिया होया है कि जदों जग हो रहा होए तो जग दे विच जेकर मास भी वरतदा होए तो जो मास ना खाए। यह सनातनियां दे ग्रंथ विच लिखिया होया है। जिहड़े हिंदू कहते असीं नहीं खांदे हाँ, यह उन्हां दे मत विच लिखिया होया है जिहड़ा जग दे विच मास ना खाए अखे उहदियां ते पुलां ही रुड़ जांदियां ने, जिहड़ा जग विच मास ना खाए। फिर महाभारत विच भी जिक्र आउंदा है, जिहड़ी महाभारत लिखी हुई है, युधिष्ठिर ने पुछया सी भगवान कृष्ण नूं, कहन लगा कि महाराज दसो भला जदों पितरां दे वास्ते असीं जग करदे हाँ तो किहड़ा किहड़ा भोजन सानूं जग दे विच देना चाहिए। जग का मतलब लंगर लगाउणा, महान लंगर जिस विच सारे वर्णां नूं सद्दिया जाए। तो उस वेले भगवान ने आख्या सी उस विच चौल, फिर ए मास मच्छी, यह सारा कुछ वरत जाना चाहिए है। ये उन्होंने लोगों का धर्म है। फिर गुरु साहब ने तो यह कहा है कि देखो जेकर किसी बेदोशे की जान लैनी है, ये वास्ते तो सानू लेखा देना पएगा। फिर दूसरी गल है पाप पुण्य किहनूं नहीं लगता है जिहड़ा शरीर तो उपर उठ गया है, जिहदी हुण शरीर नाल कोई ताल्लुकता नहीं है, संबंध नहीं शरीर नाल, हुण ਉਹਦੀ अवस्था हुण जबान के चस्कियां तक नहीं है। साडा ख्याल हुंदा है जे गुरु गोबिंद सिंह ने बाबा बंदा सिंह बहादुर के अस्थान ते नंदेड़ विखे बकरे झटकाए सन, असीं भी झटक लईए। देखो जी गुरु साहब की बराबरता असीं कर नहीं सकते, पहली गल। तो दूसरी गल है गुरु साहब ने बाबा बंदा सिंह बहादुर नूं बकरे झटके यह सिद्ध कराया सी भी यह माधोदास तू किहड़े चक्रां विच पिया होया है, बरागी बनया होया अखे खून नहीं मेरे दर विच वगना चाहिए किसी का। कह लगे पंजाब विच देख तां सही जाके
ਇਹ ਤੇ ਬੱਚਿਆਂ ਦਾ ਖੂਨ ਡੁੱਲਦਾ ਪਿਆ, ਮਾਈਆਂ ਦਾ ਖੂਨ ਡੁੱਲਦਾ ਪਿਆ ਹੈ, ਇੱਜ਼ਤ ਆਬਰੂ ਗਰਕ ਹੁੰਦੀ ਜਾਂਦੀ ਹੈ, ਤੇ ਤੂੰ ਇੱਥੇ ਬੈਰਾਗੀ ਬਣਿਆ ਬੈਠਾ ਹੈ। ਤੇ ਮਾਧੋ ਦਾਸ ਨੇ ਕਿਹਾ, ਸ੍ਰੀ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਓ, ਮੈਂ ਅਗਿਆਨੀ ਹਾਂ, ਸਮਝ ਵਿਚਾਰ ਕੋਈ ਨਾ। ਤੇ ਸਤਿਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਮੇਰੇ ਤਾਂ ਆਗਿਆ। ਗੁਰੂ ਸਾਹਿਬ ਕਹਿਣਗੇ ਬੰਦਾ ਬਣ ਜਾ। ਕਹਿਣ ਲੱਗਾ, ਮਹਾਰਾਜ ਮੈਂ ਤੁਹਾਡਾ ਬੰਦਾ ਹਾਂ, ਦੱਸੋ ਆਗਿਆ। ਇਹ ਆਪ ਸਮਝ ਲੈਣਾ, ਗਹਿੰਦਾ ਮਾਰ ਹੋਮ ਜਗ ਕੀਏ। ਇਹ ਦੇਵਤਿਆਂ ਦੇ ਵੇਲੇ ਦੀ ਗੱਲ ਹੈ। ਕਹਿਣ ਲੱਗੇ ਗੈਂਡਿਆਂ ਨੂੰ ਮਾਰਿਆ ਜਾਂਦਾ ਸੀ, ਘੋੜਿਆਂ ਦਾ ਜੱਗ ਹੁੰਦਾ ਸੀ, ਫਿਰ ਪਿੱਤਰਾਂ ਦਾ ਜੱਗ ਹੁੰਦਾ। ਇਹ ਯੁਜੁਰ ਵੇਦ ਵਿੱਚ ਜ਼ਿਕਰ ਆਉਂਦਾ ਹੈ। ਪੁਰਸ਼ ਜੱਗ ਹੁੰਦਾ ਸੀ। ਪੁਰਸ਼ ਜੱਗ ਵਿੱਚ ਕੀ ਹੁੰਦਾ ਹੈ? ਉਹਦੇ ਵਿੱਚ ਜਿਵੇਂ ਕਿਸੇ ਦਾ ਕਾਰਜ ਸਿੱਧ ਹੋਣਾ ਹੋਏ, ਉਹ ਕਾਰਜ ਵਾਸਤੇ ਇਹ ਜੀਵਾਂ ਨੂੰ ਭੋਜਨ ਛਕਾਇਆ ਜਾਂਦਾ। ਫਿਰ ਪਿੱਤਰ ਮੇਦ ਹੁੰਦਾ ਹੈ। ਮੇਦ ਦਾ ਮਤਲਬ ਵੀ ਜੱਗ ਹੀ ਹੈ। ਤੇ ਪਿੱਤਰ ਮੇਦ ਵਿੱਚ ਇਹ ਹੁੰਦਾ ਸੀ, ਜਿਵੇਂ ਕਿਸੇ ਦੇ ਪੁਰਾਣੇ ਵੱਡੇ ਵਡੇਰੇ ਚੜ੍ਹਾਈ ਕਰ ਗਏ, ਉਹਨਾਂ ਦੇ ਪ੍ਰਥਾਏ ਭੋਜਨ ਛਕਾਉਣਾ। ਤੇ ਕਹਿਣ ਲੱਗੇ ਗਹਿੰਦਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੇ। ਇਹ ਦੇਵ ਲੋਕਾਂ ਤੋਂ ਹੀ ਗੱਲ ਚੱਲਦੀ ਆ ਰਹੀ ਹੈ। ਇਹ ਬ੍ਰਾਹਮਣੋ, ਇਹ ਪੰਡਤੋ, ਤੁਸੀਂ ਕਿਵੇਂ ਸਿੱਧ ਕਰ ਸਕਦੇ ਹੋ ਕਿ ਮਾਸ ਮਹਾਨ ਪਾਪ ਹੈ? ਕਿਉਂਕਿ ਤੁਸੀਂ ਜਿਸ ਮਤ ਨੂੰ ਮੰਨਦੇ ਹੋ, ਉਹ ਤੁਹਾਡਾ ਮਤ ਤਾਂ ਇਹ ਗੱਲ ਦਾ ਹਵਾਲਾ ਦੇ ਰਿਹਾ ਹੈ, ਮਾਸ ਛੋੜ ਬੈਸ ਨਕ ਪਕੜਹਿ, ਰਾਤੀ ਮਾਂਸ ਖਾਣੇ। ਇਹ ਭਾਈ ਜਿਹੜਾ ਬੰਦਾ ਨੱਕ ਦਬਾ ਕੇ ਚਲੇ ਜਾਏ, ਆਖੇ ਮਾਸ ਦੀ ਬੜੀ ਬਦਬੂ ਆ ਰਹੀ ਹੈ, ਮੈਨੂੰ ਮਾਸ ਨਹੀਂ ਚੰਗਾ ਲੱਗਦਾ, ਨੱਕ ਦਬਾਏ, ਪਰ ਉਹ ਮਾਨਸ, ਉਹ ਬੰਦਾ ਪਰਾਈਆਂ ਇਸਤਰੀਆਂ ਨਾਲ ਜਾ ਕੇ ਵਿਭਚਾਰ ਕਮਾਏ, ਇਸਤਰੀਆਂ ਨਾਲ ਜਾ ਕੇ ਭੋਗ ਵਿਲਾਸ ਕਰੇ, ਉਹ ਵੀ ਤਾਂ ਮਾਸ ਹੀ ਹੈ। ਉਹਦੇ ਵਿੱਚ ਕਿਹੜਾ ਫਿਰ ਤੈਨੂੰ ਕੋਈ ਭਰਮ ਹੈ ਤੇ ਉਹ ਵੀ ਮਾਸ ਦਾ ਲੋਥੜਾ ਹੈ। ਉਥੋਂ ਤਾਂ ਕਹਿਣਾ ਹੈ ਬੜੀ ਸੁੰਦਰ ਇਸਤਰੀ ਹੈ, ਪਰ ਹੈ ਮਾਸ ਹੈ। ਇੱਕ ਬੰਨੇ ਸੋਚਦਾ ਹੈ ਮੈਂ ਮਾਸ ਨਹੀਂ ਖਾਂਦਾ ਹਾਂ, ਪਰ ਕਹਿਣ ਲੱਗੇ ਰਾਤੀ ਮਾਂਸ ਖਾਣੇ, ਰਾਤ ਸਾਰਾ ਹੀ ਮਾਂਸ ਖਾ ਜਾਂਦਾ ਹੈ। ਸੋ ਤੇਰੀ ਹਾਲਤ ਹੋਈ ਹੈ, ਰਾਤ ਵਿਭਚਾਰ ਕਮਾਉਂਦਾ ਹੈ, ਦਿਨੇ ਨੱਕ ਫੜ ਕੇ ਕਹਿੰਦਾ ਜੀ ਮੈਨੂੰ ਤੇ ਮਾਸ ਦੀ ਬੜੀ ਬਦਬੂ ਆਉਂਦੀ ਹੈ, ਪਰ ਜਦੋਂ ਕਾਮ ਦੇ ਵਿੱਚ ਲੰਪਟ ਹੋਇਆ ਹੁੰਦਾ, ਉਦੋਂ ਤੈਨੂੰ ਕੋਈ ਸੁੱਝ-ਬੁੱਝ ਨਹੀਂ ਹੁੰਦੀ ਹੈ। ਉਦੋਂ ਤੇ ਤੂੰ ਭੁੱਲ ਹੀ ਜਾਂਦਾ ਹੈ ਕਿ ਮਾਸ ਜਿਸ ਦਾ ਮੈਂ ਸਾਰੇ ਥਾਂ ਪ੍ਰਚਾਰ ਕਰਦਾ, ਮੈਂ ਮਾਸ ਨਹੀਂ ਖਾਂਦਾ, ਉਹ ਮਾਸ ਨੂੰ ਤੂੰ ਫਿਰ ਉਹਦੇ ਵਾਸਤੇ ਤੂੰ ਗਰਕਿਆ ਰਹਿੰਦਾ ਹੈ ਦਿਨ ਰਾਤ। ਤੇ ਸਤਿਗੁਰਾਂ ਨੇ ਕਿਹਾ ਹੈ ਨਾ, ਹੇ ਕਾਮੰ ਨਰਕ ਬਿਸਰਾਵੰ ਬਹੁ ਜੋਨੀ ਪ੍ਰਮਾਵਨ ਹੈ। ਕਿ ਕਾਮ ਦੇ ਵਿੱਚ ਲੰਪਟ ਹੋਏ ਮਨੁੱਖ, ਤੂੰ ਬੜੀਆਂ ਜੋਨਾਂ ਵਿੱਚ ਭਟਕੇਗਾ। ਰਾਤੀ ਮਾਂਸ ਖਾਣੇ, ਰਾਤ ਨੂੰ ਮਾਸ ਖਾਂਦਾ ਹੈ, ਦਿਨੇ ਨੱਕ ਫੜ ਕੇ ਕਹਿੰਦਾ ਬੜੀ ਬਦਬੂ ਆਉਂਦੀ ਹੈ ਮੈਨੂੰ। ਕਹਿਣ ਲੱਗੇ ਫੜ ਕਰ ਲੋਕਾਂ ਨੂੰ ਦਿਖਲਾਵੇ, ਗਿਆਨ ਧਿਆਨ ਨਹੀਂ ਸੂਝੈ। ਕਈਆਂ ਲੋਕਾਂ ਦੀ ਆਦਤ ਹੁੰਦੀ ਹੈ, ਆਖੇ ਬੜੀ ਬਦਬੂ ਆ ਰਹੀ ਹੈ, ਮਾਸ ਮੈਨੂੰ ਚੰਗਾ ਨਹੀਂ ਲੱਗਦਾ ਹੈ, ਪਰ ਉਹਨਾਂ ਲੋਕਾਂ ਦੀ ਹਾਲਤ ਕਹਿਣ ਲੱਗੇ ਇਹੋ ਜਿਹੀ ਹੈ, ਕਿਸੇ ਕੋਲੋਂ ਪੈਸੇ ਲੈਣੇ ਆ ਨਾ, ਠੱਗੀ ਮਾਰਨੀ ਹੈ, ਤੇ ਤਿਆਰ ਰਹਿੰਦੇ ਹੈ। ਉਦੋਂ ਨਹੀਂ ਕਹਿੰਦੇ ਵੀ ਇਹ ਵੀ ਤੇ ਮਾਸ ਹੈ, ਵੀ ਦੇਖੋ ਇਹ ਜਿਹੜਾ ਧਨ ਲੈ ਰਿਹਾ ਲੋਕਾਂ ਕੋਲੋਂ, ਇਹ ਵੀ ਤੇ ਖੂਨ ਚੂਸਦਾ ਪਿਆ ਹਾਂ, ਕਿਸੇ ਦੀ ਹੱਦ ਹਲਾਲ ਦੀ ਕਮਾਈ ਹੈ। ਉਦੋਂ ਤੇ ਕੋਈ ਡਰ ਨਹੀਂ ਰੱਖਦਾ, ਸੋਚਦਾ ਹੈ ਮੈਂ ਸਾਕਾ ਆਹਾਰੀ, ਮੈਂ ਕਿਹੜਾ ਮਾਸ ਖਾਂਦਾ ਹਾਂ, ਮੈਂ ਤੇ ਬਚ ਗਿਆ ਹਾਂ ਪਾਪਾਂ ਤੋਂ, ਐਡੀ ਛੇਤੀ ਖਲਾਸੀ ਨਹੀਂ ਹੋਣ ਵਾਲੀ ਹੈ। ਇਹ ਸਮਝ ਲੈਣਾ ਕਿ ਮਾਸ ਸਾਰਿਆਂ ਵਿੱਚ ਹੈ। ਤਾਂ ਸਤਿਗੁਰਾਂ ਨੇ ਸਮਝਾਇਆ ਹੈ ਵੀ ਭਾਈ ਇਹ ਨਹੀਂ ਸਤਿਗੁਰੂ ਆਗਿਆ ਕਰ ਰਹੇ ਵੀ ਹੁਣ ਮਾਸ ਖਾਣਾ ਸ਼ੁਰੂ ਕਰ ਦਿਓ, ਇਹ ਵੀ ਸਮਝ ਲੈਣਾ ਸਤਿਗੁਰਾਂ ਦੀ ਇੱਥੇ ਕੋਈ ਆਗਿਆ ਨਹੀਂ ਵੀ ਮਾਸ ਖਾਣਾ ਜਾਂ ਨਹੀਂ ਖਾਣਾ ਹੈ। ਇਹ ਗੱਲ ਦੀ ਚਰਚਾ ਨਹੀਂ ਹੈ, ਪਰ ਫਜ਼ੂਲ ਦੀ ਚਰਚਾ ਜਿਨ੍ਹਾਂ ਲੋਕਾਂ ਦਾ ਇਹ ਤਰੀਕਾ ਬਣਿਆ ਹੋਇਆ ਹੈ, ਬੜੇ ਲੋਕ ਇਸ ਗੱਲ ਦੀ ਚਰਚਾ ਕਰਨ ਬੈਠ ਜਾਂਦੇ ਨੇ, ਕਈ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਆਖਦੇ ਵੀ ਖਾ ਲੈਣਾ ਚਾਹੀਦਾ ਹੈ। ਗੁਰੂ ਸਾਹਿਬ ਦੀ ਬਾਣੀ ਤੁਸੀਂ ਪੜ੍ਹ ਲਓ, ਕਿਸੇ ਖਾਣ ਵਿੱਚ ਹਦਾਇਤ ਨਹੀਂ ਮਿਲੀ ਹੈ। ਇਹ ਗੁਰੂ ਸਾਹਿਬ ਨੇ ਨਹੀਂ ਕਿਹਾ ਵੀ ਖਾਓ, ਪਰ ਇਹ ਵੀ ਕਿਹਾ ਹੈ ਕਿ ਦੇਖੋ ਜੇ ਤੁਸੀਂ ਸਮਝਦੇ ਹੋ ਕਿ ਇਹ ਮਾਸ ਹੈ, ਫਿਰ ਬੁਰੇ ਕਰਮ, ਇਹ ਕਿਉਂ ਨਹੀਂ ਸਮਝਦੇ ਹੋ? ਇਹ ਵੀ ਤਾਂ ਫਿਰ ਮਾਸ ਦੀ ਨਿਆਈ ਹੈ ਨਾ। ਰਾਤੀ ਮਾਂਸ ਖਾਣੇ, ਅੰਧਾ ਸੋਏ, ਕਹਿਣ ਲੱਗੇ ਨਾਨਕ ਅੰਧੇ ਸਿਓ ਕਿਆ ਕਹੀਐ, ਕਹਿ ਨਾ ਕਛ ਕਹਿਆ ਬੂਝੇ। ਸਤਿਗੁਰੂ ਜੀ ਨੇ ਕਿਹਾ ਭਾਈ ਮਰਦਾਨੇ ਨੂੰ, ਕਹਿਣ ਲੱਗੇ ਮਹਾਰਾਜ ਜੀ ਕਿ ਇਹ ਮਰਦਾਨੇ ਇਹਨਾਂ ਅੰਨਿਆਂ ਨੂੰ ਕੀ ਕਹਿਣ ਦੀ ਲੋੜ ਹੈ, ਇਹ ਤੇ ਅੰਨੇ ਹੈ, ਇਹਨਾਂ ਨੂੰ ਕੋਈ ਪਤਾ ਨਹੀਂ ਹੈ, ਇਹ ਤੇ ਅੰਨੇ ਤੁਰੇ ਫਿਰਦੇ ਹੈ। ਤੇ ਜਦੋਂ ਸਤਿਗੁਰਾਂ ਨੇ ਕਿਹਾ ਹੈ ਨਾ
ਨਾਨਕ ਅੰਧੇ ਸਿਓ ਕਿਆ ਕਹੀਐ, ਵੀ ਅੰਨਿਆਂ ਨੂੰ ਕੀ ਕਹਿਣ ਦੀ ਲੋੜ ਹੈ, ਜਿਹੜੇ ਹੈ ਹੀ ਅੰਨੇ ਹੈ, ਉਹਨਾਂ ਨੂੰ ਕਹਿਣ ਦਾ ਮਤਲਬ ਹੀ ਕੋਈ ਨਹੀਂ ਹੈ। ਉਸ ਵੇਲੇ ਜਿਹੜਾ ਨਾਨੂ ਪੰਡਤ ਸੀ ਨਾ, ਕਹਿਣ ਲੱਗਾ ਕਿ ਮਹਾਰਾਜ ਅੰਨੇ ਕਾਹਨੂੰ, ਅਸੀਂ ਤਾਂ ਮਹਾਰਾਜ ਚੰਗੇ ਭਲੇ ਸੁਜਾਖੇ ਹਾਂ, ਸਾਨੂੰ ਤੇ ਦਿਸਦਾ ਪਿਆ ਸਾਰਾ ਕੁਛ, ਤੁਸੀਂ ਸਾਨੂੰ ਅੰਧੇ ਕਹੀ ਜਾਂਦੇ ਹੋ। ਤੇ ਗੁਰੂ ਸਾਹਿਬ ਕਹਿਣ ਲੱਗੇ ਅੰਧਾ ਸੋਏ ਜੇ ਅੰਧ ਕਮਾਵੇ। ਅੰਧਾ ਉਹ ਹੈ ਜਿਹੜਾ ਅੱਖਾਂ ਹੁੰਦਿਆਂ ਬਾਵਜੂਦ ਵੀ ਅੰਨਿਆਂ ਵਾਲੇ ਕੰਮ ਕਰਦਾ ਹੈ, ਮੂਰਖਤਾ ਵਾਲੇ ਕੰਮ ਕਰਦਾ ਹੈ, ਪਤਾ ਵੀ ਹੈ ਸਾਰਾ ਕੁਛ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਕਹਿਣ ਲੱਗੇ ਮਨ ਨੂੰ ਸਾਰਾ ਪਤਾ ਹੈ ਤੇ ਫਿਰ ਜਾਣਦਿਆਂ ਹੋਇਆਂ ਵੀ ਬੁਰੇ ਕੰਮ ਕਰਦਾ ਹੈ। ਇੱਕ ਬੰਦੇ ਦੇ ਹੱਥ ਵਿੱਚ ਦੀਵਾ ਹੈ, ਉਹ ਦੀਵਾ ਫੜ ਕੇ ਵੀ ਜੇਕਰ ਖੂਹ ਵਿੱਚ ਡਿੱਗ ਪਏ, ਉਹਨੂੰ ਸਿਆਣਾ ਕੌਣ ਆਖੇਗਾ। ਮਨੁੱਖ ਨੂੰ ਸਾਰਾ ਪਤਾ ਹੈ। ਫਿਰ ਤੁਸੀਂ ਤੇ ਵਿਦਵਾਨ ਪੜ੍ਹੇ ਲਿਖੇ ਹੋ, ਪੜ੍ਹ ਲਿਖ ਕੇ ਵੀ ਫਿਰ ਇਹ ਅਜਾਈਆਂ ਗੱਲਾਂ ਕਰਦੇ ਹੋ। ਗੁਰੂ ਸਾਹਿਬ ਕਹਿਣ ਲੱਗੇ ਅੰਧਾ ਸੋਏ ਜੇ ਅੰਧ ਕਮਾਵੇ, ਕਿਸ ਤਿਸ ਹਿਰਦੈ ਨ ਲੋਚਨ, ਤਿਸ ਹਿਰਦੈ ਸੇ ਲੋਚਨ ਨਾਹੀ। ਜਿਹਦੇ ਹਿਰਦੇ ਵਿੱਚ ਗਿਆਨ ਰੂਪੀ ਅੱਖਾਂ ਨਹੀਂ ਹੈ ਨਾ, ਉਹ ਅੰਨਾ ਹੈ। ਫਿਰ ਕਹਿਣ ਲੱਗੇ ਮਹਾਰਾਜ ਜੀ ਅਸੀਂ ਤਾਂ ਸੁਜਾਖੇ ਹਾਂ। ਗੁਰੂ ਸਾਹਿਬ ਕਹਿਣ ਲੱਗੇ ਮਾਤ ਪਿਤਾ ਕੀ ਰਕਤ ਨਿਪੰਨੇ, ਮੱਛੀ ਮਾਸ ਨਾ ਖਾਹੀ। ਇਹ ਭਾਈ ਦੇਖੋ, ਜਦੋਂ ਬੱਚੇ ਦਾ ਜਨਮ ਹੋਇਆ ਹੈ, ਬੱਚਾ ਕਿੱਥੇ ਰਿਹਾ ਹੈ 9 ਮਹੀਨੇ 10 ਮਹੀਨੇ ਕਿੱਥੇ ਰਿਹਾ ਹੈ, ਮਾਤਾ ਦੇ ਗਰਭ ਵਿੱਚ। ਉਹ ਕੀ ਹੈ, ਮਾਸ। ਫਿਰ ਜਿਸ ਨਾਲ ਤੇਰੀ ਰੱਖਿਆ ਹੋਈ ਹੈ, ਜੇਰ ਵਿੱਚ ਤੂੰ ਲਿਪਟਿਆ ਹੋਇਆ ਸੀ, ਉਹ ਜੇਰ ਵੀ ਤਾਂ ਮਾਸ ਦੀ ਹੈ। ਫਿਰ ਮਾਤਾ ਦੇ ਗਰਭ ਵਿੱਚ ਹੀ ਤੇਰਾ ਸਾਰਾ ਵਾਸ ਹੋਇਆ। ਫਿਰ ਜਿਹੜੇ ਤੂੰ ਗੱਲਾਂ ਕਰਦਾ ਹੈ ਵੱਡੀਆਂ ਵੱਡੀਆਂ, ਇਹ ਗੱਲਾਂ ਵੀ ਤਾਂ ਮਾਸ ਦੇ ਰਾਹੀਂ ਆ ਰਹੀਆਂ ਨੇ, ਕਿਉਂਕਿ ਸਰੀਰ ਤੇ ਤੇਰਾ ਸਾਰਾ ਮਾਸ ਦਾ ਬਣਿਆ ਹੋਇਆ ਹੈ। ਤੂੰ ਮਾਸ ਦੇ ਵਿਰੋਧ ਵਿੱਚ ਨਾ ਆ। ਇਹ ਤੇ ਸਮਝ ਲੈਣਾ ਕਿ ਮਾਸ ਦਾ ਵਿਰੋਧ ਕੋਈ ਨਹੀਂ ਹੈ। ਇਹ ਨਾ ਸਮਝਣਾ ਕਿ ਜੇਕਰ ਕੋਈ ਆਖੇ ਜੀ ਫਲਾਣਾ ਮਾਸਾਹਾਰੀ ਹੈ, ਇਹ ਮਾਸਾਹਾਰੀ ਸ਼ਾਕਾਹਾਰੀ ਦੀ ਗੱਲ ਨਹੀਂ ਹੈ, ਗੱਲ ਹੈ ਵਿਰੋਧਾਪਨ ਦੀ। ਸਤਿਗੁਰੂ ਪ੍ਰੌੜਤਾ ਕਰਦੇ ਹੈ ਕਿ ਭਾਈ ਮਾਸ ਖਾਣਾ ਨਾ ਖਾਣਾ ਵੱਖਰੀ ਗੱਲ ਹੈ, ਪਰ ਨਾ ਖਾਂਦਿਆਂ ਹੋਇਆਂ ਵੀ ਜੀਵਾਂ ਨੂੰ ਦੁਖੀ ਕਰਨਾ, ਇਹ ਮਾਸ ਖਾਣ ਤੋਂ ਵੱਡਾ ਪਾਪ ਹੈ। ਇੱਕ ਤਾਂ ਮੁਰਦੇ ਨੂੰ ਖਾ ਰਹੇ ਅਸੀਂ, ਉਹ ਤੇ ਮੁਰਦੇ ਨੂੰ ਖਾਣਾ, ਇਹ ਤੇ ਪਾਪ ਹੈ। ਦੂਸਰਾ ਹੈ ਜਿਉਂਦੇ ਨੂੰ ਖਾ ਰਹੇ ਹਾਂ, ਜਿਉਂਦੇ ਮਨੁੱਖ ਨੂੰ ਖਾਣਾ, ਇਹ ਤੇ ਹੋਰ ਵੱਡਾ ਪਾਪ ਹੈ। ਇੱਕ ਤੇ ਹੈ ਉਹਦੇ ਪ੍ਰਾਣ ਛੁੱਟ ਗਏ ਹੈ, ਹੁਣ ਮਰੀ ਹੋਈ ਲੋਥ ਹੈ, ਉਹਦੇ ਡਲੇ ਬਣਾ ਬਣਾ ਕੇ ਖਾ ਰਹੇ ਆ ਲੋਕ, ਇਹ ਤੇ ਹੈ ਹੀ ਹੋਸ਼ੀ ਮੱਤ ਹੈ। ਦੂਸਰੀ ਹੈ ਹੁਣ ਚੰਗਾ ਭਲਾ ਬੰਦਾ ਹੈ, 4 ਬੰਦਿਆਂ ਸਾਹਮਣੇ ਉਹਦੀ ਬੇਇੱਜ਼ਤੀ ਕਰ ਦੇਣੀ, ਜਾਂ ਉਹਨੂੰ ਗਾਲਾਂ ਕੱਢ ਦੇਣੀਆਂ, ਜਾਂ ਉਹਦਾ ਧਨ ਚੋਰੀ ਕਰ ਲੈਣਾ, ਇਹ ਮਾਸ ਹੀ ਖਾਣਾ ਹੋਇਆ। ਉਹਨੂੰ ਦੁਖੀ ਕਰਨਾ ਕਿਸੇ ਤਰੀਕੇ ਨਾਲ, ਹਿਰਦੇ ਨੂੰ ਕੁਰਲਾ ਦੇਣਾ ਉਹਦੇ ਨੂੰ, ਤੇ ਇਹ ਦੁੱਖ ਹੀ ਹੋਇਆ। ਕਿਸੇ ਨੂੰ ਦੁੱਖ ਦੇਣਾ ਸਮਝ ਲੈਣਾ ਮਾਸ ਖਾਣਾ ਹੈ। ਜੇ ਸਾਡੇ ਹੁੰਦਿਆਂ ਕੋਈ ਦੁਖੀ ਹੈ, ਸਮਝ ਲਓ ਅਸੀਂ ਉਹਦਾ ਮਾਸ ਖਾ ਰਹੇ ਹਾਂ, ਕਿਉਂਕਿ ਸਾਡੇ ਹੁੰਦਿਆਂ ਦੁਖੀ, ਸਾਡੇ ਕਰਕੇ ਕੋਈ ਦੁਖੀ ਹੋਏ, ਇਹ ਕੋਈ ਸ਼ਾਕਾਹਾਰੀ ਹੋਣਾ ਮਾਸਾਹਾਰੀ ਹੋਣਾ ਗੱਲ ਵੱਖ ਹੈ। ਪਰ ਸਾਡੇ ਕਰਕੇ ਕੋਈ ਦੁਖੀ ਹੈ, ਸਾਡੇ ਕਰਕੇ ਕੋਈ ਬੰਦਾ ਆਤਮ ਹੱਤਿਆ ਕਰ ਲਏ, ਸਾਡਾ ਸ਼ਾਕਾਹਾਰੀ ਹੋਣਾ ਵੀ ਮਾਸਾਹਾਰੀ ਹੈ। ਜਿਹੜਾ ਬੰਦਾ ਸੋਚਦਾ ਹੈ, ਇੱਕ ਆਦਮੀ ਮੈਨੂੰ ਆਖਦਾ, ਕਹਿਣ ਲੱਗਾ ਜੀ ਅਸੀਂ ਪਨੀਰ ਬਣਾਉਣਾ ਹੈ, ਤੇ ਮੈਂ ਕਿਹਾ ਚਲੋ ਚੰਗੀ ਗੱਲ ਹੈ। ਤੇ ਕਹਿਣ ਲੱਗਾ ਸਾਡਾ ਖਿਆਲ ਸੀ ਮਾਸ ਰਹਿਣ ਲੈਂਦੇ। ਮੈਂ ਉੱਦਾਂ ਹੀ ਸੁਭਾਵਿਕ ਕਹਿ ਦਿੱਤਾ, ਮੈਂ ਕਿਹਾ ਚਲੋ ਹੁਣ ਪਨੀਰ ਬਣਾ ਲਿਆ ਹੈ ਤੇ ਮਾਸ ਦੀ ਕੀ ਜ਼ਰੂਰਤ ਹੈ, ਇੱਕ ਹੀ ਗੱਲ ਹੈ। ਤੇ ਉਹਨੇ ਪਤਾ ਕੀ ਆਖਿਆ, ਕਹਿਣ ਲੱਗਾ ਇੱਕ ਗੱਲ ਕਿਵੇਂ ਹੈ, ਮਾਸ ਦਾ ਹੋਰ ਸਵਾਦ ਹੈ, ਪਨੀਰ ਦਾ ਹੋਰ ਸਵਾਦ ਹੈ। ਮੈਂ ਕਿਹਾ ਵੀ ਚਲੋ ਮੈਂ ਕਹਿੰਦਾ ਹੀ ਨਾ ਗੱਲ ਕੁਛ। ਇਹ ਮੂਰਖਾਂ ਦੀਆਂ ਟੋਲੀਆਂ ਨੇ, ਇਹ ਗੱਲ ਵਿੱਚੋਂ ਗੱਲ ਕੱਢਣ ਦੀ ਆਦਤ ਹੈ ਕਈਆਂ ਨੂੰ। ਉਹਨੇ ਹੈਰਾਨੀ ਵਾਲੀ ਗੱਲ ਵੀ ਪਾਈ ਹੋਈ ਉੱਪਰੋਂ ਕਿਰਪਾਨ, ਪਰ ਗੱਲਾਂ ਫਿਰ ਵੀ ਮਾਸ ਦੀਆਂ। ਪਹਿਲਾਂ ਖਾਂਦਾ ਜੂ ਸੀ, ਹੁਣ ਛਕ ਲਿਆ ਹੈ ਅੰਮ੍ਰਿਤ, ਪਰ ਹਲੇ ਵੀ ਉਹ ਕਾਮਨਾ ਬਣੀ ਹੋਈ ਹੈ, ਹਲੇ ਵੀ ਜੀ ਕਰਦਾ ਹੈ। ਗੁਰੂ ਸਾਹਿਬ ਨੇ ਕਿਹਾ ਜਿਹਦੇ ਮਨ ਵਿੱਚ ਹਲੇ ਕਾਮਨਾ ਬਣੀ ਹੋਈ ਹੈ, ਬਾਹਰੋਂ ਲੋਕਾਂ ਨੂੰ ਨੱਕ ਪਕੜ ਪਕੜ ਕੇ ਆਖੇ ਜੀ ਮੈਨੂੰ ਤੇ ਬਦਬੂ ਆਉਂਦੀ ਹੈ, ਮੈਂ ਮਾਸ ਨਹੀਂ ਖਾਂਦਾ, ਪਰ ਜੀ ਕਰਦਾ ਹੈ, ਸੋਚਦਾ ਹੈ ਕਿਤੇ ਹੱਥ ਲੱਗ ਜਾਏ ਰਾਤ ਨੂੰ ਤਾਂ ਫਿਰ ਖਾਵਾਂਗੇ। ਉਹ ਕਿਹੋ ਜਿਹੀਆਂ ਗੱਲਾਂ, ਇਹ ਲੋਕਾਂ ਤੋਂ ਬਚਾਏਗਾ, ਆਪਣੇ ਆਪ ਤੋਂ ਕਿਵੇਂ ਬਚੇਗਾ। ਇਹ ਮੂਰਖ ਹੀ ਹੋਇਆ ਨਾ। ਮਾਤ ਪਿਤਾ ਕੀ ਰਕਤ ਨਿਪੰਨੇ, ਮੱਛੀ ਮਾਸ ਨਾ ਖਾਹੀ। ਇਹ ਬ੍ਰਾਹਮਣਾਂ ਦੇ ਮਨ ਵਿੱਚ ਸੀ,
आखदे असीं मच्छी का मांस नहीं खाते हैं, होर असीं सारे खा लेंदे आ, जिवें बकरे का हो गया, कुक्कड़ का हो गया, मच्छी नूं तां नहीं खाते आ, आखे मच्छी तो कोड़ी का मांस भी खा जाती है, मच्छी तो सारे मांसां नूं खा जाती है, इस करके इहदा मांस खाना भ्रिष्ट मन्निया है। पर गुरु साहब कहते भी जे मच्छी का मांस पाप है तो फिर बाकी किवें पवित्र होए, वो सारे पाप है। तुसीं आखदे असीं मच्छी का मांस नहीं खाते, बाकी खा लेंदे हाँ, ਇਹ ਕਿਹੋ ਜਿਹੀ ਸਿਆਣਪ ਹੋਈ, ਇਹ ਤਾਂ ਹੋਸ਼ੀ ਮਤ ਹੋਈ ਨਾ, ਮਾਸ ਤੇ ਮਾਸ ਹੈ, ਇਹਦੇ ਵਿੱਚ ਫਰਕ ਕਿਹੜਾ। ਫਿਰ ਗੁਰੂ ਸਾਹਿਬ ਨੇ ਇੱਕ ਹੋਰ ਸਮਝਾਇਆ ਹੈ, ਇਸਤਰੀ ਪੁਰਖ ਹੈ ਜਾਨ ਇਸ ਮੇਲਾ, ਉੱਥੇ ਮੰਦ ਕਮਾਹੀ। ਹੁਣ ਸਤਿਗੁਰੂ ਸੰਬੋਧਨ ਕਰਦੇ ਕਿ ਦੇਖੋ ਤੁਸੀਂ ਆਖਦੇ ਹੋ ਅਸੀਂ ਮਾਸ ਨਹੀਂ ਖਾਂਦੇ ਹਾਂ, ਗੁਰੂ ਸਾਹਿਬ ਕਹਿੰਦੇ ਵੀ ਰਾਤ ਨੂੰ ਇਸਤਰੀ ਦਾ ਤੇ ਪੁਰਸ਼ ਦਾ ਸਮਾਗਮ ਹੋਣਾ, ਮੇਲ ਹੋਣਾ, ਰਾਤ ਨੂੰ ਮੰਦ ਕਮਾਉਣਾ, ਇਹ ਕੀ ਹੈ? ਇਹ ਮਾਸ ਖਾਣਾ ਨਾ ਹੋਇਆ, ਇਹ ਵੀ ਮਾਸ ਖਾਣਾ ਹੈ। ਇਹ ਸਮਝ ਵਿਚਾਰ ਕਰ, ਇਹ ਵੀ ਤੇ ਮਾਸ ਉੱਪਰ ਆਕਰਸ਼ਿਤਪਨ ਹੈ ਨਾ। ਬੰਦਾ ਜੇ ਸੋਚਦਾ ਹੈ ਕਿ ਇਸਤਰੀ ਬੜੀ ਸੁੰਦਰ ਹੈ, ਇਸਤਰੀ ਸੋਚੇ ਪੁਰਸ਼ ਬੜਾ ਸੁੰਦਰ ਹੈ, ਉਹ ਕਿਹਨੂੰ ਦੇਖਦੇ ਪਏ ਹੈ? ਆਤਮਾ ਨੂੰ ਦੇਖਦੇ ਹੈ? ਨਹੀਂ, ਉਹ ਸਰੀਰ ਨੂੰ ਦੇਖਦੇ ਪਏ ਹੈ। ਤੇ ਸਰੀਰ ਕਾਹਦਾ ਹੈ? ਮਾਸ ਦਾ। ਤੇ ਫਿਰ ਮਾਸ ਖਾਣਾ ਹੀ ਹੋਇਆ ਨਾ। ਜੇ ਸਾਡੇ ਮਨ ਵਿੱਚ ਹਲੇ ਮਾਸ ਦੀ ਕਾਮਨਾ ਬਣੀ ਹੋਈ ਹੈ, ਕੀ ਹੋ ਗਿਆ? ਅਸੀਂ ਜ਼ੁਬਾਨ ਨਹੀਂ ਖਾਂਦੇ ਹਾਂ, ਜ਼ੁਬਾਨ ਨਾਲ ਨਾ ਖਾਣਾ ਉਹ ਵੱਖਰੀ ਗੱਲ ਹੈ, ਪਰ ਸਾਡੇ ਮਨ ਵਿੱਚ ਵਿਕਾਰ ਫੁੱਟ ਫੁੱਟ ਪੈਂਦੇ ਨੇ। ਇਹ ਅਸੀਂ ਜਿਹੜਾ ਵਿਵਚਾਰ ਕਰਨਾ, ਇਹ ਰਾਤੀ ਮੰਦ ਕਮਾਹੀ, ਜਿਹੜਾ ਇਸਤਰੀ ਪੁਰਸ਼ ਹੈ ਜਾਨ ਇਸ ਮੇਲਾ, ਉੱਥੇ ਮੰਦ ਕਮਾਹੀ। ਉੱਥੇ ਜਿਹੜੇ ਅਸੀਂ ਕਰਮ ਕਰਦੇ ਹਾਂ, ਇਹ ਵਿਚਾਰ ਕਰ, ਮਾਸੋ ਨਿੰਮੇ ਮਾਸੋ ਜੰਮੈ, ਹਮ ਮਾਸੈ ਕੇ ਭਾਂਡੇ। ਇਹ ਵਿਦਵਾਨ ਪੰਡਤ ਸਾਰੇ ਸਾਡੇ ਸਰੀਰ ਮਾਸ ਤੋਂ ਜੰਮੇ ਨੇ, ਮਾਸ ਵਿੱਚ ਹੀ ਅਸੀਂ ਵਿਚਰ ਰਹੇ ਹਾਂ, ਸਾਡੇ ਸਰੀਰ ਮਾਸ ਦੇ ਭਾਂਡੇ ਬਣੇ ਹੋਏ ਨੇ। ਇਹ ਮਾਸ ਦੇ ਭਾਂਡੇ ਨੇ। ਇੱਕ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਨੀ। ਇਹ ਘੜੇ ਦੀ ਨਿਆਈ ਸਾਡਾ ਸਰੀਰ ਹੈ ਤੇ ਇਹ ਮਾਸ ਦਾ ਬਣਿਆ ਹੋਇਆ ਹੈ, ਇਹਦਾ ਵਿਰੋਧਾਪਨ ਨਹੀਂ ਹੈ। ਵਿਚਾਰ ਕਰਨੀ ਹੈ, ਜੀਵਾਂ ਨੂੰ ਤੰਗ ਕਰਨਾ ਇਹ ਪਾਪ ਹੈ, ਪਰ ਮਾਸ ਪਿਆ ਹੋਇਆ ਹੈ, ਕੋਈ ਜੀਵ ਮਰਦਿਆ ਹੈ, ਅਸੀਂ ਆਖੀਏ ਜੀ ਨਹੀਂ ਨਹੀਂ ਹੁਣ ਤਾਂ ਇਹਦੇ ਲਾਸ਼ ਪਈ ਹੋਈ ਹੈ, ਬਦਬੂ ਆਉਂਦੀ ਹੈ, ਅਸੀਂ ਨਹੀਂ ਇਹਦੇ ਨੇੜੇ ਜਾਵਾਂਗੇ। ਇਹ ਕਿੱਧਰ ਦੀ ਸਿਆਣਪ ਹੈ? ਕਈ ਬੰਦੇ ਇਹੋ ਜਿਹੇ ਦੇਖੇ ਜਾਂਦੇ ਹੈ, ਉਹ ਕਹਿੰਦੇ ਅਸੀਂ ਸ਼ਾਕਾਹਾਰੀ ਹਾਂ, ਅਤੇ ਫਿਰ ਭਾਵੇਂ ਸਾਹਮਣੇ ਉਹਨਾਂ ਦੇ ਕੋਈ ਤੜਫਦਿਆ ਪਿਆ ਹੋਏ, ਕੋਈ ਰੋਡ 'ਤੇ ਪਿਆ ਹੋਏ ਤੜਫਦਾ ਹੋਏ, ਉਹ ਕਹਿੰਦੇ ਨਹੀਂ ਨਹੀਂ ਹੁਣ ਨਹੀਂ ਇਹਦੇ ਨੇੜੇ ਜਾਣਾ, ਇਹ ਤਾਂ ਹੁਣ ਇਹ ਤਾਂ ਖੂਨ ਵਗਦਾ ਪਿਆ ਹੈ, ਅਸੀਂ ਅਪਵਿੱਤਰ ਹੋ ਜਾਵਾਂਗੇ। ਇਹ ਕਿੱਧਰ ਦੀ ਸਿਆਣਪ ਹੈ ਸਾਡੀ? ਇਹ ਦੇਖ ਲੈਣਾ, ਜੇਕਰ ਕੋਈ ਦੁਖੀ ਹੈ ਉਹਨੂੰ ਅਸੀਂ ਬਚਾ ਨਾ ਸਕੇ ਤੇ ਸਾਡਾ ਸ਼ਾਕਾਹਾਰੀ ਹੋਣਾ ਵੀ ਮਾਸਾਹਾਰੀ ਹੈ। ਜੇ ਅਸੀਂ ਕੁਛ ਕਰ ਹੀ ਨਾ ਸਕੇ, ਦੁੱਖ ਹੀ ਦੇਈ ਜਾਂਦੇ ਜੀਵਾਂ ਨੂੰ, ਦੁੱਖ ਹੀ ਦੇਈ ਜਾ ਰਹੇ ਹਾਂ। ਕਦੇ ਮਾਂ ਬਾਪ ਨੂੰ ਗਾਲਾਂ ਕੱਢ ਲਈਆਂ, ਕਦੇ ਆਪਦੀ ਇਸਤਰੀ ਨੂੰ ਕੁੱਟ ਲਿਆ, ਕਦੇ ਹੋਰ ਬੁਰੇ ਕੰਮ ਕਰ ਲਏ, ਪਰਾਈਆਂ ਇਸਤਰੀਆਂ ਦਾ ਭੋਗ ਕਰ ਲਿਆ। ਇਹ ਸਾਰਾ ਕੀ ਹੈ? ਇਹ ਮਾਸ ਆਹਾਰ ਹੈ। ਗੁਰੂ ਸਾਹਿਬ ਕਹਿਣ ਲੱਗੇ ਦੇਖੋ ਪੰਡਤੋ, ਵਿਚਾਰ ਕਰੋ, ਇਹ ਤੁਸੀਂ ਆਪ ਸਮਝੋ, ਗਿਆਨ ਧਿਆਨ ਕਛ ਸੂਝੈ ਨਾਹੀ, ਚਤੁਰ ਕਹਾਵੈ ਪਾਂਡੇ। ਇਹ ਪਾਂਡੇ ਨਾਮ ਹੁੰਦਾ ਚਤੁਰ ਦਾ। ਕਹਿਣ ਲੱਗੇ ਬੜਾ ਸਿਆਣਾ ਬਣਦਾ ਹੈ ਪੰਡਤ, ਪਰ ਗਿਆਨ ਧਿਆਨ ਤੁਹਾਨੂੰ ਪਤਾ ਕੁਛ ਨਹੀਂ ਹੈ। ਤੁਸੀਂ ਸਿਰਫ ਸਿਮਰਤੀਆਂ ਰੱਟੀਆਂ ਹੋਈਆਂ ਨੇ, ਵੇਦਾਂ ਦੀਆਂ ਸ਼ਰੂਤੀਆਂ ਰੱਟੀਆਂ ਹੋਈਆਂ ਨੇ, ਰੱਟੀਆਂ ਰਟਾਈਆਂ ਬੋਲਦੇ ਹੋ। ਇਹ ਕਈ ਆਖਦੇ ਹੈ, ਆਖੇ ਜੀ ਜਿੰਨਾ ਵੀ ਅਸੀਂ ਪਾਣੀ ਪੀਂਦੇ ਹਾਂ, ਦੁੱਧ ਪੀਂਦੇ ਹਾਂ, ਇਹ ਤਾਂ ਸਾਰਾ ਮਾਸ ਆਹਾਰ ਹੈ। ਪਰ ਨਹੀਂ ਭਾਈ, ਇਹ ਦੇਖ ਵਿਚਾਰ ਕਰ ਲੈ, ਹੁਣ ਤੂੰ ਹੈ ਤੇ ਮਾਸ ਹੈ, ਪਰ ਜਿੱਥੇ ਗੱਲ ਆ ਗਈ ਦੁੱਖ ਦੇਣ ਦੀ, ਉੱਥੇ ਖਿਆਲ ਕਰ। ਜਿਵੇਂ ਇਸਤਰੀ ਤੇ ਮਾਂ ਵੀ ਹੈ ਤੇ ਇਸਤਰੀ ਭੈਣ ਵੀ ਹੈ, ਇਸਤਰੀ ਘਰ ਵਾਲੀ ਵੀ ਹੈ, ਪਰ ਜਿਹੜੀ ਦ੍ਰਿਸ਼ਟੀ ਨਾਲ ਮਨੁੱਖ ਇਸਤਰੀ ਨੂੰ ਦੇਖਦਾ ਹੈ, ਆਪਦੀ ਘਰ ਵਾਲੀ ਨੂੰ ਦੇਖਦਾ ਹੈ, ਉਹ ਦ੍ਰਿਸ਼ਟੀ ਨਾਲ ਮਾਂ ਨੂੰ ਭੈਣ ਨੂੰ ਤਾਂ ਨਹੀਂ ਦੇਖਦਾ ਹੈ। ਇਸ ਵਾਸਤੇ ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ ਨਾ ਕਿ ਵੱਡਾ ਕੁਕਰਮੀ ਜਾਣੀਆਂ ਧੀ ਭੈਣੋ ਸੰਗੈ। ਵੱਡਾ ਕੁਕਰਮੀ ਵੀ ਹੋਏ ਨਾ, ਦੁਸ਼ਟ ਵੀ ਹੋਏ, ਧੀ ਆਪਦੀ ਤੋਂ ਭੈਣ ਤੋਂ ਸੰਗ ਕਰਦਾ ਹੀ ਹੈ, ਸ਼ਰਮ ਆ ਜਾਂਦੀ ਹੈ। ਇਹ ਵਿਚਾਰ ਕਰ ਲੈਣਾ, ਜਿਹੜਾ ਸ਼ਰੇਆਮ ਪ੍ਰਤੱਖ ਮਾਰਨਾ ਹੈ ਉਹਦੀ ਹੋਰ ਗੱਲ ਹੈ। ਇੱਕ ਜਿਹੜਾ ਅਸੀਂ ਪੀ ਰਹੇ ਹਾਂ, ਲਿਕਵਿਡ ਪਾਣੀ ਪੀ ਰਹੇ ਹਾਂ ਜਾਂ ਦੁੱਧ ਪੀ ਰਹੇ ਹਾਂ, ਉਹ ਗੱਲ ਹੋਰ ਹੈ।
ਉਹਦੇ ਨਾਲ ਮਾਸ ਆਹਾਰ ਦਾ ਸੰਬੰਧ ਜੋੜਨਾ ਇਹ ਹੋਸ਼ੀ ਮੱਤ ਹੈ, ਮੂਰਖਤਾ ਹੈ। ਗਿਆਨ ਧਿਆਨ ਨਹੀਂ ਜਾਣਾ, ਗਿਆਨ ਦੀਆਂ ਗੱਲਾਂ ਨਹੀਂ ਜਾਣਦੇ, ਅਨੁਭਵ ਨਹੀਂ ਸਮਝਦੇ ਹੋ। ਗੁਰੂ ਸਾਹਿਬ ਕਹਿਣ ਲੱਗੇ ਉੱਦਾਂ ਤੁਸੀਂ ਚਤੁਰ ਆਖਦੇ ਹੋ ਆਪਦੇ ਆਪ ਨੂੰ। ਬਾਹਰ ਕਾ ਮਾਸ ਮੰਦਾ ਸੁਆਮੀ, ਘਰ ਕਾ ਮਾਸ ਚੰਗੇਰਾ। ਇਹ ਦੇਖੋ ਮਨੁੱਖ ਦਾ ਸੁਭਾਅ ਹੀ ਹੈ ਨਾ, ਸਾਡੇ ਪੁੱਤਰ ਹੈ, ਧੀ ਹੈ, ਭਰਾ ਭੈਣਾਂ ਨੇ, ਇਹ ਘਰ ਦਾ ਮਾਸ ਹੈ। ਘਰ ਦਾ ਮਾਸ ਸਮਝ ਲੈਣਾ ਹੈ ਤੇ ਮਾਸ ਦੇ ਲੋਥੜੇ ਆ, ਭਾਵੇਂ ਹੁਣ ਕੋਈ ਮਾਫ ਕਰਨਾ, ਪਰ ਹੈ ਸਾਡੇ ਸਰੀਰ ਸਾਰੇ ਮਾਸ ਦੇ ਬਣੇ ਹੋਏ ਹੈ। ਅਸੀਂ ਸੋਚਦੇ ਹਾਂ ਆਪਣੇ ਹੈ, ਆ ਦੂਸਰੇ ਬੇਗਾਨੇ ਹੈ। ਇਹ ਪੰਡਤੋ ਤੁਸੀਂ ਘਰ ਦਾ ਮਾਸ ਚੰਗਾ ਆਖਦੇ ਹੋ, ਇਸਤਰੀ ਦਾ ਗਮਨ ਕਰਨਾ ਉਹਨੂੰ ਤੁਸੀਂ ਮਾਸ ਨਹੀਂ ਗਿਣਦੇ ਹੋ, ਪਰ ਜਿਹੜਾ ਬਾਹਰ ਦਾ ਮਾਸ ਹੈ, ਗਰੀਬਾਂ ਦਾ ਖੂਨ ਚੂਸਣਾ, ਇਹਨੂੰ ਕਹਿੰਦੇ ਹੋ ਇਹ ਤਾਂ ਮੰਦਾ ਹੈ। ਕੋਈ ਗੱਲ ਨਹੀਂ, ਜੇ ਹੋ ਗਿਆ ਤੇ ਕੋਈ ਗੱਲ ਨਹੀਂ। ਜੇ ਘਰ ਦੀ ਗੱਲ ਆ ਜਾਏ ਫਿਰ ਆਖਦੇ ਹੋ ਨਾ ਨਾ ਜੀ, ਇਹ ਤਾਂ ਸਾਡੇ ਬੱਚੇ ਹੈ, ਇਹ ਤਾਂ ਸਾਡੀ ਘਰਵਾਲੀ ਹੈ, ਇਹਨੂੰ ਅਸੀਂ ਕਿੱਦਾਂ ਮਾੜਾ ਕਹਿ ਸਕਦੇ ਹਾਂ। ਤੇ ਬਾਹਰ ਦਾ ਮਾਸ ਮੰਦਾ ਹੈ, ਜਦੋਂ ਜੀ ਚਾਹੇ ਕੁੱਟ ਆਏ ਕਿਸੇ ਨੂੰ, ਮਾਰ ਆਏ ਕਿਸੇ ਨੂੰ। ਇਹ ਕਿੱਧਰ ਦੀ ਸਿਆਣਪ ਹੈ ਇਹ ਪੰਡਤਾ। ਸਤਿਗੁਰੂ ਕਹਿਣ ਲੱਗੇ ਵੀ ਘਰ ਦਾ ਮਾਸ ਚੰਗੇਰਾ ਹੈ, ਤੁਹਾਡੇ ਵਾਸਤੇ ਚੰਗਾ ਹੈ, ਬਾਹਰ ਦਾ ਮਾਸ ਤੁਹਾਡੇ ਵਾਸਤੇ ਮਾੜਾ ਹੈ। ਜੀ ਜੰਤ ਸਭ ਮਾਸੋਂ ਹੋਏ, ਜੀਏ ਲਿਆ ਵਾਸੇਰਾ। ਜਿੰਨੇ ਵੀ ਜੀਵ ਜੰਤ ਹੈ ਨਾ, ਸਭ ਮਾਸ ਤੋਂ ਹੋਏ ਹੈ। ਮਾਸ ਵੱਖ ਵੱਖ ਤਰ੍ਹਾਂ ਦਾ ਹੈ, ਪਰ ਹੈ ਮਾਸ ਹੀ ਹੈ। ਤੇ ਇਹ ਵੀ ਸਮਝ ਲੈਣਾ, ਜੀਵ ਆਤਮਾ ਦਾ ਪ੍ਰਵੇਸ਼ ਵੀ ਸਰੀਰ ਵਿੱਚ ਜਿਹੜਾ ਹੋਇਆ ਹੈ, ਇਹ ਸਰੀਰ ਵੀ ਮਾਸ ਦਾ ਹੈ। ਇਹ ਪੰਡਤੋ ਤੁਸੀਂ ਵਿਚਾਰ ਤੇ ਬੜੀ ਕਰਦੇ ਹੋ, ਪਰ ਡੂੰਘਾਈ ਤੁਹਾਡੇ ਕੋਲ ਕੋਈ ਨਹੀਂ ਹੈ, ਅਨੁਭਵ ਨਹੀਂ ਤੁਹਾਡੇ ਕੋਲੋਂ, ਸਿਰਫ ਰਟੀਆਂ ਰਟਾਈਆਂ ਗੱਲਾਂ ਕਰਦੇ ਹੋ। ਅਨੁਭਵ ਨਾਲ ਦੇਖੋ, ਵਿਚਾਰ ਕਰੋ ਵੀ ਇਹ ਸਾਰਾ ਹੀ ਤੇ ਮਾਸ ਹੈ। ਤੁਹਾਨੂੰ ਹੁਣ ਵਾਸ਼ਨਾ ਆ ਗਈ ਮਾਸ ਦੀ, ਹਾਲਾਂਕਿ ਹਿਰਨ ਤਾਂ ਮਰ ਗਿਆ ਹੈ। ਗੱਲ ਤੇ ਇਹੋ ਚੱਲਦੀ ਸੀ ਨਾ, ਉਹ ਕਹਿੰਦੇ ਸੀ ਇਹ ਜੀ ਸਾਨੂੰ ਮਾਸ ਦੀ ਬਦਬੂ ਆ ਰਹੀ ਹੈ, ਸਾਡਾ ਧਰਮ ਭ੍ਰਿਸ਼ਟ ਹੋ ਗਿਆ। ਵੀ ਦੇਖੋ ਮਾਸ ਦੀ ਤਾਂ ਬਦਬੂ ਆਏਗੀ, ਇੱਕ ਸਰੀਰ ਦੇ ਜ਼ਖਮ ਹੋਇਆ ਹੋਏ ਨਾ ਕੋਈ, ਉਹ ਜ਼ਖਮ ਦਾ ਇਲਾਜ ਨਾ ਹੋਏ ਤੇ ਉਹਦੇ ਵਿੱਚੋਂ ਫਿਰ ਥੋੜ੍ਹੀ ਥੋੜ੍ਹੀ ਬਦਬੂ ਆਉਣ ਲੱਗ ਪੈਂਦੀ ਹੈ। ਤੇ ਕੀ ਅਸੀਂ ਅੰਗ ਕੱਟ ਦਿੰਦੇ ਆਪ ਦਾ? ਨਹੀਂ, ਅਸੀਂ ਇਲਾਜ ਕਰਾਉਂਦੇ ਜਾ ਕੇ। ਪਰ ਕੀ ਹੋਇਆ, ਸਾਡਾ ਸਰੀਰ ਜਿਹੜਾ ਹੈ ਇਹਨੂੰ ਕੋਈ ਚੋਟ ਲੱਗੇ, ਅਸੀਂ ਇਹਨੂੰ ਬਣਾਉਂਦੇ ਹਾਂ, ਸਹੀ ਕਰਾਉਂਦੇ ਹਾਂ। ਪਰ ਜੇਕਰ ਕੋਈ ਬਗਾਨੇ ਨੂੰ ਚੋਟ ਲੱਗੀ ਹੈ, ਫਿਰ ਅਸੀਂ ਕਹਿੰਦੇ ਹਾਂ ਚਲੋ ਉਹਨੇ ਆਪਣਾ ਕਰਮ ਭੋਗਿਆ ਹੈ, ਉਦੋਂ ਤਾਂ ਅਸੀਂ ਸੁਭਾਵਿਕ ਕਹਿ ਦਿੰਦੇ ਹਾਂ। ਇਹ ਪੰਡਤੋ ਬਾਹਰ ਦਾ ਮਾਸ ਤੁਹਾਡੇ ਵਾਸਤੇ ਮੰਦਾ ਹੈ, ਜੋ ਮਰਜ਼ੀ ਕਹੀ ਜਾਂਦੇ ਹੋ, ਤੁਹਾਡਾ ਚੰਗਾ ਹੈ। ਤੁਸੀਂ ਆਪ ਦੇ ਆਪ ਨੂੰ ਬੜਾ ਸ਼ਿੰਗਾਰ ਕੇ ਰੱਖਦੇ ਹੋ, ਬੜੇ ਟਿੱਕੇ ਵਗੈਰਾ ਲਗਾ ਕੇ ਰੱਖਦੇ ਹੋ, ਤੇ ਦੂਸਰੇ ਨੂੰ ਆਖਦੇ ਹੋ ਇਹ ਤਾਂ ਸ਼ੂਦਰ ਹੈ, ਇਹ ਤਾਂ ਨੀਵੀਂ ਜਾਤੀ ਵਾਲੇ ਹੈ। ਇਹ ਕਿੱਧਰ ਦੀ ਸਿਆਣਪ ਹੈ ਤੁਹਾਡੀ? ਕਹਿਣ ਲੱਗੇ ਜੀ ਜੰਤ ਸਭ ਮਾਸੋਂ ਹੋਏ, ਜੀਏ ਲਿਆ ਵਾਸੇਰਾ। ਇਹ ਸਾਰੇ ਜੀਵਾਂ ਦਾ ਵਾਸਾ ਇਹ ਮਾਸ ਵਿੱਚ ਹੀ ਹੋਇਆ। ਅਭਖ ਭਖ ਭਖ ਤਜ ਸ਼ੋਧਹਿ, ਅੰਧ ਗੁਰੂ ਜਿਨ ਕੇਰਾ। ਨਾ ਖਾਣ ਵਾਲੀਆਂ ਚੀਜ਼ਾਂ ਖਾਈ ਜਾਂਦਾ ਹੈ, ਜਿਹੜੀਆਂ ਖਾਣ ਵਾਲੀਆਂ ਵਸਤਾਂ ਨੂੰ ਛੱਡੀ ਜਾਂਦਾ ਹੈ। ਕਈ ਦੇਖੇ ਹੈ, ਉਹ ਲਸਣ ਨੂੰ, ਗੰਢੇ ਨੂੰ ਬੜਾ ਬੁਰਾ ਭਲਾ ਆਖਦੇ ਹੈ, ਤੇ ਉਹ ਭਾਵੇਂ ਤੰਬਾਕੂ ਪੀ ਜਾਣ, ਉੱਦਾਂ ਭਾਵੇਂ ਸ਼ਰਾਬਾਂ ਪੀ ਜਾਣ। ਸ਼ਰਾਬਾਂ ਪੀਣ ਲੱਗਿਆ ਨਹੀਂ ਉਹ ਪਰਵਾਹ ਕਰਦੇ, ਤੇ ਉੱਦਾਂ ਆਖਦੇ ਆ ਜੀ ਸਾਨੂੰ ਤੇ ਸਾਡੇ ਬਾਬਿਆਂ ਨੇ ਆਖੇ ਜਿਹੜਾ ਲਸਣ ਹੈ, ਗੰਢਾ ਹੈ, ਉਹਨੂੰ ਵਿਵਰਜਿਤ ਕਿਹਾ ਹੈ। ਤੇ ਸ਼ਰਾਬ ਪੀ ਜਾਂਦੇ ਹੈ, ਮਾਸ ਖਾਈ ਜਾਂਦੇ ਹੈ। ਤੇ ਕਹਿਣ ਲੱਗੇ ਵੀ ਜਿਹੜੀਆਂ ਚੀਜ਼ਾਂ ਖਾਣ ਵਾਲੀਆਂ ਉਹ ਤਾਂ ਖਾਂਦਾ ਨਹੀਂ, ਜਿਹੜੀਆਂ ਨਹੀਂ ਖਾਣ ਵਾਲੀਆਂ ਉਹ ਖਾਈ ਜਾਂਦਾ ਹੈ। ਇਹ ਕਿਹੋ ਜਿਹੀ ਸਿਆਣਪ ਹੈ ਤੁਹਾਡੀ। ਕਈ ਵੈਸ਼ਨੋ ਭਗਤ ਨੇ, ਉਹ ਤਾਂ ਨਹੀਂ ਖਾਂਦੇ ਹੈ। ਇਹ ਸੁਣਿਆ ਸੀ ਪਿੱਛੇ ਸੇ ਵੀ ਵੈਸ਼ਨੋ ਦਾ ਮੰਦਿਰ ਸੀ ਕੋਈ, ਤੇ ਉੱਥੇ ਕੋਈ ਗੰਢਾ ਲੈ ਕੇ ਚਲਾ ਗਿਆ ਸੀ, ਤੇ ਉਹ ਗੰਢੇ ਲੈ ਕੇ ਜਿਹੜਾ ਗਿਆ ਸੀ ਨਾ, ਉੱਤੇ ਬੜੀ ਵੱਡੀ ਕਾਰਵਾਈ ਹੋਈ ਸੀ, ਉਹਨੂੰ ਜੇਲ੍ਹ ਹੋ ਗਈ ਸੀ। ਇੰਨੀ ਕੁ ਗੱਲ ਦੀ ਵੀ ਗੰਢਾ ਲੈ ਕੇ ਗਿਆ ਹੈ, ਇਹ ਸਾਡੇ ਧਰਮ ਨੂੰ ਭ੍ਰਿਸ਼ਟ ਕੀਤਾ ਹੈ। ਪਰ ਕੀ ਦੇਖਿਆ ਜਾਂਦਾ ਹੈ, ਇਹ ਕਿੱਧਰ ਦੀ ਸਿਆਣਪ ਹੈ? ਇਹ ਖਾਣ ਵਾਲੀਆਂ ਵਸਤਾਂ ਤੇ ਸੰਸਾ, ਨਾ ਖਾਣ ਵਾਲੀਆਂ ਚੀਜ਼ਾਂ ਜਿਹਦੇ ਕਰਕੇ ਸਰੀਰ ਰੋਗੀ ਹੁੰਦਾ ਹੈ, ਉਹ ਖਾਈ ਜਾ ਰਿਹਾ ਹੈ। ਕਹਿਣ ਲੱਗੇ ਨਾ ਖਾਣ ਵਾਲੀਆਂ ਚੀਜ਼ਾਂ ਖਾਂਦੇ ਹੋ, ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਛੱਡਦੇ ਹੋ। ਕੌਣ ਹੈ ਉਹ ਮਨੁੱਖ ਜਿਨ੍ਹਾਂ ਦਾ ਗੁਰੂ ਨਹੀਂ ਹੈ ਕੋਈ, ਜਿਨ੍ਹਾਂ ਦਾ ਗੁਰੂ ਸਿੱਖਿਆ ਦੇਣ ਵਾਲਾ ਅੰਨਾ ਹੋਏ, ਜਿਹੜਾ ਮੂਰਖ ਹੋਏ, ਉਹ ਇਹੋ ਜਿਹੀਆਂ ਗੱਲਾਂ ਕਰਦੇ ਆ ਕਿ ਜੀ ਗੰਢੇ ਨਾ ਖਾਇਆ ਕਰੋ, ਲਸਣ ਨਾ ਖਾਇਆ ਕਰੋ, ਇਹ ਤਾਂ ਜੀ ਇਹ ਕਾਮ ਧਨ ਗਊ ਤੋਂ ਬਣੇ ਹੋਏ ਹੈ।
ਕਿਹੜੀਆਂ ਗੱਲਾਂ ਕਰਦੇ ਹੋ। ਇਹ ਜਿਹੜਾ ਲਸਣ ਹੈ, ਭਾਵੇਂ ਕਿ ਸਾਧ ਸੰਗਤ ਜੀ ਕੋਈ ਇੱਥੇ ਨਾ ਖਾਂਦਾ ਹੋਏ, ਮੈਂ ਕਹਿੰਦਾ ਨਹੀਂ, ਪਰ ਲਸਣ ਕਈ ਰੋਗਾਂ ਨੂੰ ਠੀਕ ਕਰਦਾ ਹੈ। ਇਹ ਲਸਣ ਜਿਹੜਾ ਖਾਂਦਾ ਹੋਏ ਉਹਨੂੰ ਬਦ ਹਜ਼ਮੀ ਨਹੀਂ ਹੁੰਦੀ ਹੈ, ਫਿਰ ਗੈਸ ਨਹੀਂ ਬਣਦੀ ਉਹਨੂੰ, ਬੜਾ ਸਰੀਰ ਉਹਦਾ ਦਰੁਸਤ ਰਹਿੰਦਾ ਹੈ। ਨਾ ਖਾਂਦਾ ਹੋਏ ਉਹਨੇ ਕਹਿਣਾ ਜੀ ਸਾਨੂੰ ਤਾਂ ਮਨਾਹੀ ਕੀਤੀ ਹੈ। ਪਰ ਇਹ ਕਿੱਧਰ ਦੀ ਸਿਆਣਪ, ਕੋਈ ਸਿਆਣਪ ਨਹੀਂ, ਚਤੁਰਾਈ ਨਹੀਂ ਕੋਈ, ਸਗੋਂ ਹੂੜ ਮੱਤ ਹੈ, ਹੋਸ਼ੀ ਮੱਤ ਹੈ। ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸਾ ਕੇ ਭਾਂਡੇ। ਸਤਿਗੁਰੂ ਜੀ ਨੇ ਕਿਹਾ ਵੀ ਅਸੀਂ ਮਾਸ ਤੋਂ ਹੀ ਜੰਮੇ ਹਾਂ, ਅਤੇ ਮਾਸ ਤੋਂ ਹੀ ਨਿੰਮੇ ਨਾਮ ਹੈ। ਜਦੋਂ ਇਸਤਰੀ ਅਤੇ ਪੁਰਸ਼ ਦਾ ਸੁਮੇਲ ਹੁੰਦਾ ਹੈ, ਇਸਤਰੀ ਦੇ ਗਰਭ ਵਿੱਚ ਜਦੋਂ ਬੱਚਾ ਠਹਿਰਦਾ ਹੈ ਤੇ ਉਹ ਵੀ ਮਾਸ ਦਾ ਲੋਥੜਾ ਹੁੰਦਾ ਹੈ। ਇਹ ਸਮਝ ਲਓ ਸਾਰਾ ਮਾਸ ਦਾ ਸੰਬੰਧ ਹੈ, ਸਾਰੀ ਪ੍ਰਵਿਰਤੀ ਮਾਰਗ ਇਹ ਮਾਸ ਨਾਲ ਹੀ ਤਾਂ ਬਣੀ ਹੋਈ ਹੈ। ਅਤੇ ਫਿਰ ਅਸੀਂ ਮਾਸ ਦੇ ਭਾਂਡੇ ਜੂ ਹੋਏ। ਗਿਆਨ ਧਿਆਨ ਕਛ ਸੂਝੈ ਨਾਹੀ ਚਤੁਰ ਕਹਾਵੈ ਪਾਂਡੇ। ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਗਿਆਨ ਧਿਆਨ ਨਹੀਂ ਸਮਝਦੇ ਹੋ, ਉਹ ਆਪਦੇ ਆਪ ਨੂੰ ਚਤੁਰ ਆਖਦੇ ਹੋ। ਮਾਸ ਪੁਰਾਣੀ ਮਾਸ ਕਤੇਬੀ ਚੌਂ ਜੁਗ ਮਾਸ ਕਮਾਣਾ। ਪੁਰਾਣਾਂ ਦੇ ਵਿੱਚ ਸਾਧ ਸੰਗਤ ਜੀ ਜ਼ਿਕਰ ਆਇਆ ਹੈ, ਹਿੰਦੂ ਮਤ ਦੇ ਜਿਹੜੇ 18 ਪੁਰਾਣ ਨੇ, ਗਰੁੜ ਪੁਰਾਣ ਹੋ ਗਿਆ ਜਾਂ ਵਿਸ਼ਨ ਪੁਰਾਣ ਹੋ ਗਿਆ, ਉਹਨਾਂ ਵਿੱਚ ਮਾਸ ਨੂੰ ਖਾਣ ਦੀ ਹਦਾਇਤ ਮਿਲੀ ਹੋਈ ਹੈ। ਪਰ ਸਤਿਗੁਰੂ ਜੀ ਨੇ ਦੋਨੋਂ ਪੱਖ ਰੱਖੇ ਨੇ। ਗੁਰੂ ਸਾਹਿਬ ਨੇ ਵਿੱਚ ਵਿਚਾਲੇ ਗੱਲ ਰੱਖੀ ਹੋਈ ਹੈ ਕਿ ਜੇਕਰ ਮਜਬੂਰੀ ਹੈ, ਤੁਸੀਂ ਦੇਖਿਆ ਹੈ ਕਿ ਜੈਨ ਮਤ ਜਿਹੜਾ ਹੈ, ਜੇ ਮਹਾਂਵੀਰ ਤੋਂ ਚੱਲਿਆ ਸੀ, ਉਹ ਜੈਨ ਮਤ ਦੇ ਲੋਕ ਕੀ ਕਰਦੇ ਹੈ, ਉਹ ਆਪ ਦੇ ਮੂੰਹ ਨੂੰ ਢੱਕ ਕੇ ਰੱਖਦੇ ਹੈ, ਸੋਚਦੇ ਕੋਈ ਮੱਛਰ ਨਾ ਸਾਡੇ ਮੂੰਹ ਵਿੱਚ ਪੈ ਜਾਏ। ਫਿਰ ਜੇ ਉਹ ਕਿਰਿਆ ਕਰਦੇ ਆ ਆਪਦੀ ਸਰੀਰ ਦੀ, ਅਤੇ ਉਹ ਫਿਰ ਉਸਨੂੰ ਫਰੋਲਦੇ ਹੈ, ਸਿਰ ਨਹੀਂ ਵਾਹੁੰਦੇ ਆਪ ਦਾ, ਉਹ ਨਹਾਉਂਦੇ ਵੀ ਨਹੀਂ ਹੈ, ਪਾਣੀ ਵੀ ਗੰਦਾ ਪੀਂਦੇ ਹੈ। ਕੀ ਸੋਚਦੇ ਹੈ, ਅਖੇ ਜੀ ਜੇ ਪਾਣੀ ਪੀ ਲਿਆ ਕਿਤੇ ਜੀਭ ਘਾਤ ਨਾ ਹੋ ਜਾਏ, ਕੋਈ ਜੀਵ ਨਾ ਮਰ ਜਾਏ। ਲੈਣ ਬਣਾ ਕੇ ਤੁਰਦੇ ਹੈ ਕਿ ਜੇਕਰ ਕੋਈ ਮਰੇ ਵੀ ਸਾਡੇ ਪੈਰ ਹੇਠਾਂ ਆ ਕੇ ਤਾਂ ਸਾਰੇ ਨਾ ਮਰਨ। ਉਹ ਮਤ ਨੇ ਇੰਨਾ ਜ਼ਿਆਦਾ ਹਿੰਦੁਸਤਾਨ ਨੂੰ ਭਰਮਾ ਲਿਆ ਕਿ 1000 ਸਾਲ ਹਿੰਦੁਸਤਾਨ ਜਿਹੜਾ ਹੈ ਇਹ ਗੁਲਾਮੀ ਦਾ ਸੰਗਲ ਗਲ 'ਚ ਪਾਈ ਬੈਠਾ ਸੀ। ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ, ਤਲਵਾਰ ਪਕੜਾਈ ਹੈ। ਇਹ ਸਾਡੀਆਂ ਮੁਰਦਾ ਹੋਈਆਂ ਰੂਹਾਂ ਵਿੱਚ, ਮੁਰਦਿਆਂ ਵਿੱਚ ਸਤਿਗੁਰਾਂ ਨੇ ਰੂਹ ਫੂਕੀ ਹੈ। ਇਹ ਗੁਰੂ ਸਾਹਿਬ ਦੀ ਮਹਾਨਤਾ ਹੈ। ਤਲਵਾਰ ਪਕੜਾਈ ਹੈ ਕਿ ਜੇਕਰ ਦੁਸ਼ਟ ਨੂੰ ਸੋਧਣਾ ਹੋਏ ਫਿਰ ਤੂੰ ਬਚਨਾਂ ਨਾਲ, ਚਰਚਾਵਾਂ ਨਾਲ ਨਹੀਂ ਸਮਝਾ ਸਕਦਾ, ਫਿਰ ਤਲਵਾਰ ਉਠਾਉਣੀ ਪਏਗੀ। ਇਸ ਵਾਸਤੇ ਮਾਸ ਦਾ ਕੋਈ ਵਿਵਰਜਿਤ ਨਹੀਂ ਹੈ। ਜਿੱਥੇ ਲੋੜ ਹੈ ਉੱਥੇ ਤਲਵਾਰ ਵੀ ਉਠਾਉਣੀ ਹੈ, ਜਿੱਥੇ ਨਹੀਂ ਲੋੜ ਹੈ ਉੱਥੇ ਹੱਥ ਜੋੜ ਕੇ ਗੱਲ ਮੁਕਾ ਲੈ। ਕਈਆਂ ਦੀ ਆਦਤ ਹੁੰਦੀ ਹੈ ਥੋੜ੍ਹੀ ਥੋੜ੍ਹੀ ਗੱਲ 'ਤੇ ਖਿਝ ਜਾਣਾ, ਗੁੱਸੇ ਵਿੱਚ ਆ ਜਾਣਾ, ਪਰ ਨਹੀਂ, ਜਿੱਥੋਂ ਤੱਕ ਹੋ ਸਕੇ ਪਹਿਲਾਂ ਤਾਂ ਤੂੰ ਲੜਾਈ ਵੱਲ ਧਿਆਨ ਹੀ ਨਾ ਕਰ, ਝੁਕ ਲੈ ਜਿੰਨਾ ਹੋ ਸਕਦਾ ਹੈ। ਪਰ ਜਿਵੇਂ ਕੋਈ ਸਮਝਾਇਆ ਨਾ ਸਮਝੇ, ਸਗੋਂ ਵੱਧਦਾ ਜਾਏ। ਜਦੋਂ ਕੋਈ ਵਾਰ ਕਰੇ ਤੇਰੇ 'ਤੇ, ਫਿਰ ਕਹਿਣ ਲੱਗੇ ਫਿਰ ਤੂੰ ਵਾਰ ਕਰ, ਫਿਰ ਤੂੰ ਪਰਹੇਜ਼ ਨਾ ਕਰੀ, ਪਹਿਲ ਨਾ ਕਰੀ ਕਦੇ ਵਾਸਤੇ। ਇਹ ਪੁਰਾਣਾਂ ਨੇ, ਕਿਤਾਬਾਂ ਨੇ ਵੀ ਜ਼ਿਕਰ ਕੀਤਾ ਹੈ। ਇਹ ਜਿਸ ਵੇਲੇ ਮੁਹੰਮਦ ਸਾਹਿਬ ਦਾ ਸਮਾਂ ਸੀ ਨਾ, ਅਤੇ ਹਿੰਦੂ ਲੋਕਾਂ ਨੇ ਇੱਕ ਬੌਲ ਨੂੰ ਬੜਾ ਪੂਜਦੇ ਸੀ। ਬੈਲ ਹੁੰਦਾ ਨਾ, ਬੈਲ, ਅਤੇ ਉਹਨੂੰ ਬੜਾ ਪੂਜਿਆ ਜਾਂਦਾ ਸੀ। ਅਤੇ ਉਹ ਮੁਹੰਮਦ ਸਾਹਿਬ ਨੇ ਆਖਿਆ ਵੀ ਇਹ ਪਰਮੇਸ਼ਵਰ ਦਾ ਸ਼ਰੀਕ ਬਣਿਆ ਹੋਇਆ ਹੈ, ਇਹਦੀ ਪੂਜਾ ਹੋ ਰਹੀ ਹੈ। ਉਸ ਵੇਲੇ ਉਹ ਬਲਦ ਦੀ ਜਿਵਾ ਕਰ ਦਿੱਤੀ ਹੈ, ਗਰਦਨ ਕੱਟੀ ਸੀ ਉਸ ਵੇਲੇ, ਅਤੇ ਇਹ ਮੁਸਲਮਾਨਾਂ ਵਿੱਚ ਰਵਾਇਤ ਕਾਇਮ ਹੋ ਗਈ। ਫਿਰ ਉਹ ਜਦੋਂ ਕਿਤੇ ਗਊ ਉਹਨਾਂ ਨੂੰ ਮਿਲ ਜਾਏ, ਬਲਦ ਮਿਲ ਜਾਏ, ਉਹ ਜਿਵਾ ਕਰ ਦਿੰਦੇ ਆ, ਮਾਰ ਦਿੰਦੇ ਆ। ਇਹ 200-300 ਸਾਲ ਪਹਿਲਾਂ ਜਿਹੜਾ ਮੁਗਲਿਆ ਸਲਤਨਤ ਦਾ ਰਾਜ ਹੋਇਆ ਸੀ ਨਾ, ਇਹ ਤਾਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਜੇਕਰ ਕੋਈ ਹਿੰਦੂ ਗਊ ਰੱਖਦਾ ਸੀ ਨਾ ਘਰ ਵਿੱਚ, ਅਤੇ ਸੁਭਾਵਿਕ ਗਊ ਚੜ੍ਹਾਈ ਕਰ ਜਾਂਦੀ, ਅਤੇ ਉਸ 'ਤੇ ਵੀ ਸਜ਼ਾ ਲੱਗਦੀ ਸੀ। ਉਹ ਆਖਦੇ ਸੀ ਕਿ ਜੇ ਗਊ ਬਿਮਾਰ ਸੀ ਤਾਂ ਸਾਨੂੰ ਦੱਸਿਆ ਕਿਉਂ ਨਾ, ਸਾਨੂੰ ਦੱਸ ਦਿੰਦੇ, ਅਸੀਂ ਆ ਕੇ ਜਿਵਾ ਕਰ ਦਿੰਦੇ, ਅਸੀਂ ਆਪ ਮਾਰਦੇ ਕਲਮਾ ਪੜ੍ਹ ਕੇ। ਹੁਣ ਤਾਂ ਜਿਹੜੀ ਗਊ ਆ ਅਵਗਤ ਹੀ ਗਈ ਹੈ। ਇਸ ਗੱਲ ਦੇ ਵਾਸਤੇ ਹਿੰਦੂਆਂ ਨੂੰ ਸਜ਼ਾ ਮਿਲ ਜਾਂਦੀ ਸੀ, ਘਰ ਫੂਕ ਦਿੰਦੇ ਸਨ ਆ ਕੇ। ਉਹ ਇੰਨੇ ਜ਼ਿਆਦਾ ਹੋਸ਼ੀ ਮਤ ਦੇ ਮਾਲਕ ਸਨ। ਪਰ ਇਹ ਵੇਦਾਂ ਕਿਤਾਬਾਂ ਨੇ ਜ਼ਿਕਰ ਕੀਤਾ ਹੈ ਮਾਸ ਦਾ। ਗੁਰੂ ਸਾਹਿਬ ਕਹਿਣ ਲੱਗੇ ਕਿ ਤੁਸੀਂ ਮੁੱਕਰ ਨਹੀਂ ਸਕਦੇ ਹੋ ਇਸ ਗੱਲ ਤੋਂ। ਚਹੁ ਜੁਗ ਮਾਸ ਕਮਾਣਾ, ਚਹੁ ਜੁਗਾਂ ਦੇ ਵਿੱਚ, ਇਹ ਪੂਰੀ ਪ੍ਰਿਥਵੀ ਦੇ ਵਿੱਚ ਦੇਖ ਲਓ
ਮਾਸਾਹਾਰੀ 80% ਦੇ ਮਾਸਾਹਾਰੀ ਹੋਣਗੇ ਕਿ ਕੇਵਲ 20% ਹੈ ਜਿਹੜੇ ਸ਼ਾਕਾਹਾਰੀ ਨੇ। ਮੇਰੇ ਕੋਈ ਰਿਸ਼ਤੇਦਾਰ ਸੀ ਤੇ ਉਹ ਵਿਦੇਸ਼ ਵਿੱਚ ਗਿਆ ਸੀ। ਇਹੋ ਜਿਹਾ ਦੇਸ਼ ਸੀ ਉਹ ਜਿੱਥੇ ਸਾਰੇ ਮਾਸ ਹੀ ਖਾਂਦੇ ਸੀ। ਤੇ ਉਹਨੇ ਸਾਡੇ ਵੱਲੋਂ ਦੱਸਿਆ ਸੀ ਵੀ ਉਹ ਮਾਸ ਤਾਂ ਨਹੀਂ ਖਾਂਦੇ, ਸਾਡੇ ਰਿਸ਼ਤੇਦਾਰ ਮੇਰੇ ਵੱਲੋਂ ਕਿਹਾ ਖਾਸ ਕਰਕੇ ਵੀ ਉਹ ਮਾਸ ਨਹੀਂ ਖਾਂਦੇ। ਤੇ ਉਹ ਜਿਹੜੇ ਵਿਦੇਸ਼ੀ ਸਾਨੂੰ ਪਤਾ ਕੀ ਆਖਦੇ, ਕਹਿ ਲੱਗੇ ਜੇ ਮਾਸ ਨਹੀਂ ਖਾਂਦੇ ਤੇ ਫਿਰ ਘਾਹ ਖਾਂਦੇ ਆ। ਉਹਨਾਂ ਲੋਕਾਂ ਦਾ ਸੁਭਾਅ ਹੈ, ਉਹਨਾਂ ਨੂੰ ਨਹੀਂ ਪਤਾ ਹੈ। ਪਰ ਦੇਖੋ ਗੁਰੂ ਸਾਹਿਬ ਕਹਿੰਦੇ ਆ ਕਿ ਦੇਖੋ 70-80 ਜਿਹੜੇ ਪ੍ਰਤੀਸ਼ਤ ਜਿਹੜੇ ਹੈ ਇਹ ਮਨੁੱਖ ਜਿਹੜੇ ਮਾਸ ਖਾਂਦੇ ਆ, ਪਰ ਤੁਸੀਂ ਮਾਸ ਦੀ ਮਨਾਹੀ ਕਰਦੇ ਹੋ। ਅਸੀਂ ਨਾ ਖਾਣ ਦੇ ਹੱਕ ਵਿੱਚ ਹਾਂ, ਨਾ ਅਸੀਂ ਇਹ ਕਹਿੰਦੇ ਵੀ ਨਾ ਕੋਈ ਖਾਏ। ਵਿਚਾਰ ਪਹਿਲਾਂ ਕਰੇ ਫਿਰ ਖਾਵੇ ਨਾ ਖਾਵੇ, ਉਹਦੇ 'ਤੇ ਗੱਲ ਹੈ। ਜਿਵੇਂ ਸੁਣਿਆ ਹੈ ਕੋਈ ਛੋਟਾ ਜਿਹਾ ਬੱਚਾ ਸੀ, ਉਹ ਦਹੀਂ ਬੜਾ ਖਾਂਦਾ ਸੀ, ਉਹਨੂੰ ਆਦਤ ਸੀ ਦਹੀਂ ਖਾਣੇ ਦੀ। ਬੜਿਆਂ ਲੋਕਾਂ ਨੇ ਸਮਝਾਇਆ ਵੀ ਦਹੀਂ ਨਾ ਖਾਇਆ ਕਰ, ਬਿਮਾਰ ਹੋ ਜਾਏਗਾ। ਉਹਦਾ ਨੱਕ ਵੀ ਵਗਿਆ ਕਰਨਾ, ਹਰ ਵੇਲੇ ਸਰੂ ਸਰੂ ਕਰਦੇ ਰਹਿਣਾ, ਪਰ ਦਹੀਂ ਖਾਣ ਦੀ ਉਹਦੀ ਆਦਤ ਹੀ ਬਣੀ ਹੋਈ ਸੀ, ਉਹਨੇ ਖਾਂਦੇ ਰਹਿਣਾ। ਬੜਿਆਂ ਸਮਝਾਉਣਾ, ਜਿੰਨੇ ਕਹਿਣਾ ਸਗੋਂ ਉਹਨੇ ਹੋਰ ਜ਼ਿਆਦਾ ਖਾਣਾ। ਫਿਰ ਇੱਕ ਦਿਨ ਇੱਕ ਬਜ਼ੁਰਗ ਦੇ ਕੋਲ ਹੋ ਗਿਆ। ਉਹ ਬਜ਼ੁਰਗ ਨੇ ਆਖਿਆ ਵੀ ਤੂੰ ਦਹੀਂ ਖਾਣਾ ਨਾ ਕਦੇ ਵਾਸਤੇ ਛੱਡੀ। ਹੈਰਾਨ ਹੋਇਆ ਵੀ ਸਾਰੇ ਤਾਂ ਮੈਨੂੰ ਮਨਾਹੀ ਕਰਦੇ ਆ, ਪਹਿਲਾ ਬੰਦਾ ਹੈ ਜਿਹਨੇ ਮੈਨੂੰ ਆਖਿਆ ਵੀ ਨਾ ਛੱਡੀ ਨਾ ਕਦੇ ਵਾਸਤੇ। ਹੈਰਾਨ ਹੋਇਆ, ਪੁੱਛਦਾ ਕਿਉਂ ਨਾ ਛੱਡਾਂ? ਉਹਨਾਂ ਆਖਿਆ ਦਹੀਂ ਵਿੱਚ ਗੁਣ ਹੀ ਬੜੇ ਹੈ। ਹੁਣ ਸਮਝਾਉਣ ਦਾ ਤਰੀਕਾ ਹੈ। ਉਹਨੂੰ ਆਖਿਆ ਵੀ ਦਹੀਂ ਖਾਣ ਨਾਲ ਇੱਕ ਤਾਂ ਤੂੰ ਬੁੱਢਾ ਨਾ ਹੋਏਗਾ, ਦੂਸਰੇ ਤੇਰੇ ਦੰਦ ਨਾ ਜਾਣਗੇ ਕਦੇ ਵਾਸਤੇ, ਤੇ ਤੀਸਰਾ ਤੂੰ ਬਿਮਾਰ ਨਾ ਹੋਏਗਾ ਕਦੇ ਵਾਸਤੇ। ਪੁੱਛਦਾ ਹੈ ਇਹ ਤਾਂ ਬੜੀ ਵਧੀਆ ਗੱਲ ਹੈ, ਕਿਵੇਂ ਨਾ ਬਿਮਾਰ ਹੋਵਾਂਗਾ? ਉਹਨੇ ਆਖਿਆ ਵੀ ਬੁੱਢਾ ਤੂੰ ਤਾਂ ਨਾ ਹੋਏਗਾ ਵੀ ਤੂੰ ਜਵਾਨੀ ਵਿੱਚ ਹੀ ਚੜ੍ਹਾਈ ਕਰ ਜਾਏਗਾ। ਪਹਿਲਾਂ ਉਹਨੇ ਡਰਾ ਦਿੱਤਾ ਉਹਨੂੰ ਕਹਿ ਕੇ ਵੀ ਤੈਨੂੰ ਬੁੱਢੇ ਹੋਣ ਦੀ ਲੋੜ ਹੀ ਕੋਈ ਨਾ, ਜਵਾਨੀ ਵਿੱਚ ਚੜ੍ਹਾਈ ਕਰ ਜਾਏਗਾ। ਜਦੋਂ ਰੋਜ਼ ਰੋਜ਼ ਦਹੀਂ ਖਾਏਗਾ, ਰੋਜ਼ ਰੋਜ਼ ਖਾਏਗਾ, ਹੋਰ ਕੋਈ ਵਸਤੂ ਖਾਵੇਗਾ ਨਾ, ਕਿਉਂਕਿ ਉਹਦੀ ਆਦਤ ਸੀ ਹੋਰ ਕੁਝ ਨਹੀਂ ਸੀ ਖਾਂਦਾ, ਸਿਰਫ ਦਹੀਂ ਖਾਈ ਜਾਣਾ। ਤੇ ਉਹਨੂੰ ਆਖਿਆ ਵੀ ਇੱਕ ਤਾਂ ਤੂੰ ਬੁੱਢਾ ਨਾ ਹੋ ਸਕੇਗਾ, ਪਹਿਲਾਂ ਹੀ ਰੱਬ ਨੂੰ ਪਿਆਰਾ ਹੋਏਗਾ, ਦੂਸਰਾ ਦੰਦ ਤੇਰੇ ਬਚਣਗੇ ਹੀ ਨਾ, ਦੰਦ ਪਹਿਲਾਂ ਤੇਰੇ ਟੁੱਟ ਜਾਣਗੇ, ਪੀੜ ਕੀ ਹੋਣੇ ਤੇਰੇ ਦੰਦ। ਤਾਂ ਇਹ ਵੀ ਸਮਝ ਲੈ ਕਿ ਤੂੰ ਜਵਾਨੀ ਵਿੱਚ ਹੀ ਚਲਾਣਾ ਕਰ ਜਾਏਗਾ। ਉਸ ਦਿਨ ਤੋਂ ਬਾਅਦ ਉਹ ਲੜਕੇ ਨੇ ਦਹੀਂ ਨਹੀਂ ਖਾਧਾ ਹੈ। ਬੜਿਆਂ ਨੇ ਸਮਝਾਇਆ ਸੀ ਵੀ ਨਾ ਖਾ ਨਾ ਖਾ, ਪਰ ਰੋਜ਼ ਖਾਂਦਾ ਸੀ। ਅੱਜ ਸਮਝਾ ਦਿੱਤਾ, ਹੁਣ ਮੂੰਹ ਨਹੀਂ ਕੀਤਾ ਹੈ। ਗੁਰੂ ਸਾਹਿਬ ਮਨਾਹੀ ਨਹੀਂ ਕਰਦੇ ਹੈ ਵੀ ਮਾਸ ਖਾ ਕੇ ਨਾ ਖਾ, ਸਮਝਾਉਂਦੇ ਆ ਬਸ ਵੀ ਖਾ ਲੈ, ਅੱਗੋਂ ਫਿਰ ਲੇਖਾ ਦੇਣ ਵਾਸਤੇ ਤਿਆਰ ਹੋਈ। ਤੁਸੀਂ ਸੁਣਿਆ ਨਾ ਭਗਤ ਸਧਨਾ ਰੋਜ਼ ਬੱਕਰੇ ਝਟਕਦਾ ਸੀ, ਕਸਾਈ ਜੂ ਹੋਇਆ, ਆਦਤ ਬਣੀ ਸੀ ਨਾ, ਰੋਜ਼ ਦਾ ਕੰਮ ਸੀ, ਪਰ ਨਾ ਸਮਝਦਾ। ਉਹਨੂੰ ਕਿਵੇਂ ਸਮਝ ਆਉਣੀ ਸੀ? ਜਿੱਦਣ ਬੱਕਰੇ ਨੇ ਕਿਹਾ ਹੈ ਨਾ ਕਿ ਆਹ ਤੇ ਤੂੰ ਨਵਾਂ ਹੀ ਕੰਮ ਕਰ ਦਿੱਤਾ ਹੈ, ਤੂੰ ਅੱਗੇ ਮੇਰੀ ਗਰਦਨ ਵੱਢਦਾ ਸੀ, ਅੱਜ ਮੇਰੇ ਤੋਂ ਗੁਪਤ ਅੰਗ ਵੱਢਦਾ ਪਿਆ ਹੈ, ਕੋਈ ਨਾ ਅਗਲੇ ਜਨਮ ਵਿੱਚ ਮੈਂ ਵੀ ਤੇਰੇ ਗੁਪਤ ਅੰਗ ਵੱਢਾਂਗਾ। ਇਹ ਸੁਣਦਿਆਂ ਸਾਰ ਸਧਨੇ ਭਗਤ ਦਾ ਇਹ ਛੁਰਾ ਛੁੱਟ ਗਿਆ ਸੀ, ਭਗਤ ਬਣ ਗਿਆ ਸੀ ਉਸ ਵੇਲੇ। ਇਹ ਸਮਝ ਲਓ ਮਾਸ ਖਾਣਾ ਨਾ ਖਾਣਾ ਵੱਖਰੀ ਗੱਲ ਹੈ, ਪਰ ਪਹਿਲਾਂ ਵਿਚਾਰ ਤੇ ਕਰ। ਇਹ ਫਜ਼ੂਲ ਦੀਆਂ ਚਰਚਾਵਾਂ ਨੇ। ਆਗਿਆ ਕੀ ਹੈ ਰਹਿਤਨਾਮਿਆਂ ਦੀ? ਗੁਰੂ ਸਾਹਿਬ ਕੀ ਆਖਦੇ ਨੇ? ਗੁਰੂ ਸਾਹਿਬ ਦੀ ਆਗਿਆ ਤੇ ਤੂੰ ਸੁਣ ਤਾਂ ਕਿ ਜੇ ਤੂੰ ਗੁਰੂ ਦੀ ਵਿਚਾਰ ਮੰਨਣ ਵਾਸਤੇ ਤਿਆਰ ਹੈ, ਗੁਰੂ ਦੇ ਕੋਲ ਆਉਣ ਵਾਸਤੇ ਤਿਆਰ ਹੈ। ਗੁਰੂ ਸਾਹਿਬ ਕਹਿਣ ਲੱਗੇ ਵੀ ਦੇਖੋ ਵੇਦਾਂ ਕਿਤਾਬਾਂ ਨੇ ਤਾਂ ਆਹ ਜ਼ਿਕਰ ਕੀਤਾ ਹੈ, ਮਾਸ ਦੀ ਮਨਾਹੀ ਕੋਈ ਨਹੀਂ ਹੈ, ਪਰ ਮਾਸ ਦਾ ਫਲ ਉਹ ਵੀ ਭੁਗਤਣ ਵਾਸਤੇ ਤਿਆਰ ਹੋਵੇ। ਜਜ ਕਾਜ ਮਿਆਹੇ ਸੁਹਾਵੈ ਉੱਥੇ ਮਾਸ ਸਮਾਣਾ। ਦੇਖੋ ਜੱਗ ਹੁੰਦੇ ਆ, ਵਿਆਹ ਹੁੰਦੇ ਆ, ਉੱਥੇ ਮਾਸ ਜੇ ਨਾ ਪਾਈਏ। ਦੇਖ ਲਓ ਤੁਸੀਂ, ਜੇਕਰ ਕੋਈ ਵੈਸ਼ਨੂੰ ਵਿਆਹ ਕਰੇ ਤੇ ਜਿਹੜੇ ਖਾਣ ਪੀਣ ਵਾਲੇ ਹੁੰਦੇ ਆ ਉਹ ਆਖਦੇ ਕਿ ਵਿਆਹ ਹੀ ਨਹੀਂ ਕੀਤਾ ਹੈ, ਕੁਝ ਖਵਾਇਆ ਪੀਆ ਨਾ। ਪਰ ਜਿੱਥੇ ਮਾਸ ਵਰਤ ਜਾਏ ਭਾਵੇਂ ਹੋਰ ਕੁਝ ਵੀ ਨਾ ਮਿਲੇ, ਖਾਣ ਪੀਣ ਵਾਲੇ ਆਖਦੇ ਕਿ ਵਿਆਹ ਹੀ ਬੜਾ ਵਧੀਆ ਕੀਤਾ ਸੀ ਉਹਨਾਂ ਨੇ। ਗੁਰੂ ਸਾਹਿਬ ਹਾਮੇ ਭਰਦੇ ਆ ਵੀ ਵੇਖੋ ਜਿਵੇਂ ਵਿਆਹ ਸ਼ਾਦੀਆਂ ਵਿੱਚ ਲੋਕੀ ਮਾਸ ਪਾਉਂਦੇ ਨੇ, ਤੇ ਵਿਆਹ ਤੋਂ ਮਾਸ ਤੋਂ ਬਿਨਾਂ ਲੋਕੀ ਵਿਆਹ ਨੂੰ ਚੰਗਾ ਹੀ ਨਹੀਂ ਕਹਿੰਦੇ ਵੀ ਵਿਆਹ ਹੋਇਆ ਹੈ, ਆਨੰਦ ਕਾਰਜ ਹੋਇਆ ਹੈ। ਉਹ ਆਖਦੇ ਉੱਦਾਂ ਹੀ ਬਸ ਕੋਈ ਗੱਲ ਹੀ ਨਹੀਂ, ਉਹਨੇ ਕੁਛ ਖਵਾਇਆ ਹੀ ਨਾ ਸਾਨੂੰ। ਜਿਵੇਂ ਵਿਆਹਾਂ ਸ਼ਾਦੀਆਂ ਵਿੱਚ ਮਾਸ ਸੋਭਨੀਕ ਹੁੰਦਾ ਹੈ। ਹੋਰ ਸੁਣੋ, ਇਸਤਰੀ ਪੁਰਖ ਨਿਪਜੈ ਮਾਸੋਂ ਪਾਤਸ਼ਾਹ ਸੁਲਤਾਨਾ। ਇਸਤਰੀਆਂ ਪੁਰਸ਼ ਸਭ ਮਾਸ ਤੋਂ ਬਣੇ ਹੋਏ ਨੇ। ਪਾਤਸ਼ਾਹ ਹੈ ਕਿਸੇ ਦੇਸ਼ ਦਾ ਰਾਜਾ,
ਚੱਕਰਵਰਤੀ ਪਾਤਸ਼ਾਹ, ਸੁਲਤਾਨ, ਇਹ ਸਾਰੇ ਮਾਸ ਦੇ ਬਣੇ ਹੋਏ ਹੈ। ਮਾਸ ਤੋਂ ਬਿਨਾਂ ਤੇ ਨਹੀਂ ਕੋਈ ਹੈ, ਸਭ ਮਾਸ ਦੇ ਭਾਂਡੇ ਨੇ। ਜੇ ਹੋਏ ਦਿਸਹੇ ਨਰਕੇ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ। ਤੇ ਸਤਿਗੁਰੂ ਜੀ ਬ੍ਰਾਹਮਣਾਂ ਨੂੰ ਆਖਦੇ ਆ ਵੀ ਭਾਈ ਤੁਸੀਂ ਆਖਦੇ ਅਸੀਂ ਸ਼ਾਕਾਹਾਰੀ ਹਾਂ, ਉਹ ਮਾਸਾਹਾਰੀ ਹੈ। ਜੇ ਉਹ ਮਾਸਾਹਾਰੀ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਮਾਸ ਖਾਣ ਵਾਲਾ ਨਰਕਾਂ ਵਿੱਚ ਜਾਂਦਾ ਹੈ, ਤੇ ਫਿਰ ਉਹਨਾਂ ਕੋਲ ਦਾਨ ਕਿਉਂ ਲੈਂਦੇ ਹੋ? ਉਹਨਾਂ ਕੋਲੋਂ ਪੈਸੇ ਨਾ ਲਿਆ ਕਰੋ। ਇਹ ਸਮਝ ਲਓ ਵੀ ਜੇ ਤੁਹਾਨੂੰ ਲੱਗਦਾ ਹੈ ਵੀ ਮਾਸ ਖਾਣ ਵਾਲਾ ਨਰਕਾਂ ਵਿੱਚ ਜਾਂਦਾ ਹੈ, ਫਿਰ ਉਹਨਾਂ ਕੋਲੋਂ ਨਜ਼ਰਾਨੇ ਲੈਣੇ, ਭੇਟਾਵਾਂ ਲੈਣੀਆਂ, ਧਨ ਲੈਣਾ, ਇਹ ਤਾਂ ਫਿਰ ਕਿਉਂ ਲੈਣਾ ਹੈ? ਤੁਸੀਂ ਵੀ ਤਾਂ ਨਰਕਾਂ ਵਿੱਚ ਜਾਓਗੇ ਫਿਰ ਤਾਂ। ਤੇ ਬ੍ਰਾਹਮਣ ਕੀ ਆਖਦਾ, ਦਿੰਦਾ ਨਰਕ ਸੁਰਗ ਲੈਂਦੇ, ਦੇਖੋ ਇਹੋ ਤਿੰਗਾਣਾ। ਕਹਿਣ ਲੱਗਾ ਮਹਾਰਾਜ, ਇਹ ਨਾਨੂ ਪੰਡਤ ਆਖਦਾ ਹੈ, ਆਖਦਾ ਵੀ ਮਹਾਰਾਜ ਦੇਖੋ, ਉਹਨਾਂ ਦਾ ਤਾਂ ਫਰਜ਼ ਆ ਦੇਣਾ, ਅਸੀਂ ਉੱਚੇ ਜੂ ਹੋਏ, ਅਸੀਂ ਬ੍ਰਾਹਮਣ ਹਾਂ, ਤੇ ਉਹ ਛਤਰੀ ਆ, ਛਤਰੀ ਨੀਵੀਂ ਜਾਤੀ ਆ ਬ੍ਰਾਹਮਣਾਂ ਨਾਲੋਂ। ਅਸੀਂ ਤੇ ਸ਼ੁਰੂ ਤੋਂ ਦਾਨ ਲੈਂਦੇ ਆਏ ਹਾਂ, ਸਾਡਾ ਤੇ ਫਰਜ਼ ਆ ਦਾਨ ਲੈਣਾ, ਤੇ ਉਹਨਾਂ ਦਾ ਕਰਮ ਉਹ ਭੁਗਤਣ। ਕਹਿਣ ਲੱਗੇ ਸ਼ਾਬਾਸ਼ ਬ੍ਰਾਹਮਣਾ ਤੇਰੇ, ਦਾਨ ਤੂੰ ਲਏ ਉਹਨਾਂ ਕੋਲੋਂ, ਦੇਣ ਵਾਲਾ ਨਰਕਾਂ 'ਚ ਜਾਏ ਤੇ ਲੈਣ ਵਾਲਾ ਸਵਰਗਾਂ 'ਚ ਜਾਏ। ਇਹ ਕਿੱਧਰ ਦਾ ਨਿਆਂ ਹੈ? ਇਹ ਤੇ ਧਿੰਗਾ ਜੋੜੀ ਹੋਈ ਹੈ ਨਾ, ਧੱਕਾ ਹੀ ਹੈ ਨਾ। ਗੁਰੂ ਸਾਹਿਬ ਕਹਿਣ ਲੱਗੇ ਵੀ ਦੇਖੋ, ਜੇ ਦਾਨ ਲੈਣ ਵਾਲਾ ਸਵਰਗਾਂ ਨੂੰ ਜਾਂਦਾ ਹੋਏ, ਦੇਣ ਵਾਲਾ ਨਰਕਾਂ ਨੂੰ ਜਾਏ, ਇਹ ਨਿਆਂ ਤਾਂ ਨਾ ਹੋਇਆ। ਗੁਰੂ ਸਾਹਿਬ ਕਹਿਣ ਲੱਗੇ ਬ੍ਰਾਹਮਣਾ ਝੂਠ ਨਾ ਬੋਲ, ਤੈਨੂੰ ਵੀ ਪਤਾ ਹੈ ਸਾਰੀ ਗੱਲ ਦਾ, ਵੀ ਇਹ ਦੇਖ ਵੀ ਜੇ ਤੈਨੂੰ ਲੱਗਦਾ ਵੀ ਉਹ ਨਰਕਾਂ ਨੂੰ ਜਾਂਦੇ, ਉਹਨਾਂ ਕੋਲ ਦਾਨ ਨਾ ਲਿਆ ਕਰੋ। ਫਿਰ ਤਾਂ ਉਹਨਾਂ ਕੋਲੋਂ ਇਹ ਫਿਰ ਕੋਈ ਵੀ ਕਿਰਿਆ ਕਾਂਡ ਨਾ ਕਰਿਆ ਕਰੋ, ਕੋਈ ਪੂਜਾ ਪਾਠ ਨਾ ਲਿਆ ਕਰੋ ਉਹਨਾਂ ਕੋਲੋਂ। ਫਿਰ ਤਾਂ ਸਾਰਾ ਕੁਛ ਤੁਸੀਂ ਆਪਣੇ ਪੱਲਿਓਂ ਕਰਿਆ ਕਰੋ, ਕਿਉਂਕਿ ਉਹ ਤਾਂ ਨਰਕਾਂ ਨੂੰ ਜਾਣਗੇ। ਇਹ ਗੁਰੂ ਸਾਹਿਬ ਜਦੋਂ ਆਖਦੇ ਤਾਂ ਆਪ ਨਾ ਬੁਝੈ ਲੋਕ ਬੁਝਾਏ, ਪਾਂਡਾ ਖਰਾ ਸਿਆਣਾ। ਕਹਿਣ ਲੱਗਾ ਮਹਾਰਾਜ ਇਹ ਤਾਂ ਲੋਕਾਂ ਦੀ ਮਰਜ਼ੀ ਹੈ, ਲੋਕੀ ਨਹੀਂ ਹਟਦੇ, ਅਸੀਂ ਕੀ ਕਰੀਏ? ਤੇ ਗੁਰੂ ਸਾਹਿਬ ਕਹਿਣ ਲੱਗੇ ਵੀ ਆਪ ਤੇ ਤੁਸੀਂ ਸਮਝਦੇ ਨਹੀਂ ਹੋ, ਲੋਕਾਂ ਨੂੰ ਸਮਝਾਉਂਦੇ ਹੋ। ਆਪ ਤੇ ਤੁਸੀਂ ਸਮਝਦੇ ਨਹੀਂ, ਲੋਕਾਂ ਕੋਲੋਂ ਧਾਨ ਲੈਂਦੇ ਹੋ, ਬੜੀ ਬੜੀ ਮਾਇਆ ਲੈ ਲੈਂਦੇ ਹੋ। ਕੋਈ ਗਰੀਬ ਹੁੰਦਾ ਸੀ ਨਾ, ਪਿਛਲੇ ਸਮੇਂ ਵਿੱਚ ਇੱਦਾਂ ਦਾ ਸਮਾਂ ਲੰਘਿਆ, ਗਰੀਬ ਨੇ ਵਿਆਹ ਕਰਨਾ ਤੇ ਬ੍ਰਾਹਮਣ ਪਹਿਲਾਂ ਕਹਿੰਦਾ ਸੀ ਪੈਸੇ ਲਿਆਓ ਤੇ ਫਿਰ ਵਿਆਹ ਕਰਾਂਗੇ। ਜੇ ਪੈਸੇ ਨਾ ਹੁੰਦੇ ਤੇ ਉਹਦਾ ਵਿਆਹ ਨਹੀਂ ਸੀ ਕਰਦੇ। ਇੰਨੀ ਜ਼ਿਆਦਾ ਕਰੂਰਤਾ ਸੀ ਉਸ ਸਮੇਂ ਵਿੱਚ। ਕਹਿਣ ਲੱਗੇ ਤੁਸੀਂ ਇਹ ਤਾਂ ਦੇਖਦੇ ਨਹੀਂ ਹੋ ਵੀ ਕੋਈ ਗਰੀਬ ਹੈ, ਕੋਈ ਦੁਖੀ ਹੈ, ਸੁਖੀ ਹੈ, ਤੁਹਾਡਾ ਤੇ ਇੱਕੋ ਹੀ ਕੰਮ ਹੈ ਵੀ ਦਾਨ ਲੈਣਾ ਉਹਦੇ ਕੋਲੋਂ, ਪੈਸੇ ਲੈਣੇ ਹੈ। ਤੇ ਫਿਰ ਤੁਸੀਂ ਆਪਦੇ ਆਪ ਵਿੱਚ ਸਿਆਣੇ ਹੋ, ਆਪ ਤੇ ਸਮਝਦੇ ਨਹੀਂ ਹੋ ਵੀ ਲੋਕਾਂ ਕੋਲੋਂ ਫਜ਼ੂਲ ਦਾ ਧਾਨ ਲੈਣਾ, ਤੇ ਫਿਰ ਆਪਦੇ ਆਪ ਨੂੰ ਸਵਰਗਾਂ ਦੇ ਨਿਵਾਸੀ ਦੱਸਣਾ ਵੀ ਅਸੀਂ ਤੇ ਸਵਰਗਾਂ ਨੂੰ ਜਾਵਾਂਗੇ, ਦੇਣ ਵਾਲਾ ਨਰਕਾਂ ਨੂੰ ਜਾਏਗਾ। ਇਹ ਕੋਈ ਸਿਆਣਪ ਤਾਂ ਨਾ ਹੋਈ ਹੈ। ਗੁਰੂ ਸਾਹਿਬ ਕਹਿਣ ਲੱਗੇ ਵੀ ਪੰਡਤੋ ਵਿਚਾਰ ਕਰ ਲਓ ਇੱਕ ਵਾਰ, ਤੁਸੀਂ ਸਹੀ ਹੋ ਜਾਂ ਗਲਤ ਹੋ। ਪਾਂਡੇ ਤੂੰ ਜਾਣੈ ਹੀ ਨਾਹੀ, ਕਿੱਥੋਂ ਮਾਸ ਉਪੰਨਾ। ਸਤਿਗੁਰੂ ਕਹਿਣ ਲੱਗੇ ਵੀ ਆ ਪੰਡਤਾ, ਤੂੰ ਜਾਣਦਾ ਹੀ ਨਹੀਂ ਆ ਮਾਸ ਬਣਿਆ ਕਿਵੇਂ ਹੈ, ਮਾਸ ਦਾ ਲੋਥੜਾ ਤਿਆਰ ਕਿਵੇਂ ਹੋਇਆ, ਤੂੰ ਜਾਣਦਾ ਨਹੀਂ ਹੈ। ਸਿਰਫ ਰਟੀਆਂ ਰਟਾਈਆਂ ਗੱਲਾਂ ਕਰਦਾ ਹੈ। ਆਖੇ ਵੇਦਾਂ ਵਿੱਚ ਇੱਦਾਂ ਲਿਖਿਆ ਹੈ, ਪੁਰਾਣ ਇੱਦਾਂ ਆਖਦੇ ਆ, ਮਨੂ ਸਿਮਰਤੀ ਵਿੱਚ ਆਹ ਗੱਲ ਲਿਖੀ ਹੋਈ ਹੈ। ਸਿਰਫ ਪ੍ਰਮਾਣ ਦਿੰਦੇ ਹੋ, ਖੁਦ ਨਹੀਂ ਜਾਣਦੇ ਹੋ ਕੁਛ, ਖੁਦ ਨਹੀਂ ਕੁਝ ਜਾਣਿਆ ਹੈ। ਇਸ ਵਾਸਤੇ ਫਜ਼ੂਲ ਦੀਆਂ ਚਰਚਾਂ ਕਰਨੀਆਂ ਛੱਡ ਦਿਓ। ਜੇ ਕੁਝ ਨਹੀਂ ਪਤਾ ਤਾਂ ਤੋਇਓ ਅੰਨ ਕਮਾਦ ਕਪਾਹਾ, ਤੋਇਓ ਤ੍ਰਿਭਵਨ ਗੰਨਾ। ਗੁਰੂ ਸਾਹਿਬ ਕਹਿਣ ਲੱਗੇ ਵੀ ਜੇ ਤੁਸੀਂ ਕਹਿੰਦੇ ਵੀ ਮਾਸ ਖਾਣਾ ਬੜਾ ਗੁਨਾਹ ਹੈ, ਗੁਰੂ ਸਾਹਿਬ ਕਹਿੰਦੇ ਪਾਣੀ ਪੀਣਾ ਛੱਡ ਦਿਓ। ਅੱਜ ਤਾਂ ਪਾਣੀ ਵੀ ਬੜਾ ਪਵਿੱਤਰ ਹੈ। ਵੇਖੋ ਪਾਣੀ ਜਿਹੜਾ ਹੈ ਇਹ ਤੋਇਓ ਅੰਨ ਕਮਾਦ ਕਪਾਹਾ, ਪਾਣੀ ਤੋਂ ਬਣਿਆ ਹੈ ਅੰਨ, ਕਿਉਂਕਿ ਖੇਤੀ ਨੂੰ ਪਾਣੀ ਨਾ ਮਿਲੇ ਤੇ ਖੇਤੀ ਹਰੀ ਭਰੀ ਨਹੀਂ ਹੁੰਦੀ ਹੈ। ਪਾਣੀ ਮਿਲਿਆ ਹੈ ਖੇਤੀ ਨੂੰ, ਪਹਿਲਾਂ ਤਾਂ ਅੰਨ ਛੱਡ ਦਿਓ, ਕਿਉਂਕਿ ਇਹ ਵੀ ਤਾਂ ਮਾਸ ਹੀ ਹੋਇਆ। ਫਿਰ ਦੂਸਰਾ ਜਾਣੋ ਤੋਇਓ ਅੰਨ ਕਮਾਦ ਕਪਾਹਾ, ਕਮਾਦ ਬਣਿਆ ਹੈ, ਕਮਾਦ ਲੱਗਾ ਹੈ, ਗੰਨੇ ਵੱਡੇ ਹੋਏ ਨੇ, ਇਹ ਪਾਣੀ ਤੋਂ ਬਿਨਾਂ ਤਾਂ ਨਹੀਂ ਹਰੇ ਹੋ ਗਏ ਹੈ। ਫਿਰ ਕਪਾਹ ਹੈ, ਕਪਾਹ ਤੋਂ ਕੱਪੜਾ ਬਣਦਾ ਸੀ, ਇਹ ਕਪਾਹ ਦੇ ਕੱਪੜੇ ਕਹਿਣ ਲੱਗੇ ਤੁਸੀਂ ਪਹਿਨਦੇ ਹੋ। ਤੇ ਜੇ ਤੁਸੀਂ ਸਮਝਦੇ ਹੋ ਵੀ ਇਹ ਪਾਣੀ ਪਵਿੱਤਰ ਹੈ, ਫਿਰ ਪਾਣੀ ਤੋਂ ਸਾਰਾ ਕੁਝ ਬਣਿਆ ਹੈ, ਪਾਣੀ ਵੀ ਤਾਂ ਮਾਸ ਹੀ ਹੋਇਆ, ਪਾਣੀ ਇਹ ਪਵਿੱਤਰ ਹੈ। ਜੇ ਨਹੀਂ ਸਮਝਦੇ ਹੋ
फिर कपड़े पाने छड्ड दिओ, फिर भोजन खाना छड्ड दिओ। तोयो अन्न कमाद कपाह तोयो त्रिभवन गन्ना, क्योंकि पानी तो सारा संसार बनया होया। फिर तो यह भी अपवित्र होया, क्योंकि पानी में कई जीव मर जाते हैं, मच्छियाँ मर जांदियां ने विच पानी विच, लोग आपदियां अस्थियां रोड़ते हैं। यह पानी अपवित्र होया ना, फिर पानी तो ना पवित्र होया। क्योंकि तुसी देखते हो कोई कीरतपुर जाके पानी विच आपदियां अस्थियां जल प्रवाह करते हैं, कोई गंगा के तट पर जाके, कोई यमुना विखे जाके। पानी विच किन्ने जीवां दियां हड्डियां रुड़दियां ने, किन्ना कुछ हुंदा है। फिर पानी तो ना पीना योग होया। ऐ पंडितो, फिर तुसी भी तो मांसाहारी होए, जां पानी पीना छड्ड दिओ, जां फिर ऐ साडी गल दी गवाही दे दिओ भी तुसी मांसाहारी हो। पंडित हथ जोड़ के खड़े हो गए, महाराज भुल गए, हाँ सानू समझ नहीं कोई है। तितोवा आख्या हाउ बहु विध अच्छा, तो है बहुत विकारा। कह लगे भावे पानी आखे भी हाँ, कि पानी आखे मैं बड़ा अच्छा हाँ, साफ सुथरा हाँ, पर पानी विच बड़ा बदलाव है। पानी गंदा हो जाता है, पानी विच कितना कुछ आ जाता है, कई तरह के जीव मर जाते हैं पानी विच। पानी तो फिर पानी है, कितनी गंदगी आ जाती है पानी विच। पर जे तुसी आखो पानी पानी है, पर पानी अपवित्र हो जाता है, सदा सुच्चा नहीं रहिंदा है। ऐ पंडितो, जे तुसी सोचदे असीं सन्यासी हाँ, त्यागी हाँ, एक तो कपड़े पाने छड्ड दिओ, एक तो भोजन खाना छड्ड दिओ, एक तो पानी पीना छड्ड दिओ। आ गन्ने ना चूपिया करो, क्योंकि सोचदे तो फल है, इन्हां च किहड़ा मास है, बई ये भी तो मास इन्हां विच गया होया है। जिवें मुसलमानां दा मत कहंदा सी कि अखे जी साडा तां जिहड़े चढ़ाई करदे हो तां उन्हां नूं अग नहीं लगदी है, ते गुरु साहब ने कहा सी ना, मिट्टी मुसलमान की पेड़ा पई घुमियार, कड़ भांडे इटां की है जल्दी करे पुकार। ऐ मुसलमानों, ऐ देखो कि जे तुसीं सोचदे हो भी तुहाडे जेकर कोई मुर्दा चढ़ाई करदा है ते ਉਹਦਾ ਜਿਹੜਾ ਸਰੀਰ ਤੁਸੀਂ ਸੋਚਦੇ ਹੋ ਵੀ ਅਸੀਂ ਕਬਰ ਵਿੱਚ ਦਫਨਾ ਦਿੱਤਾ ਹੈ, ਹੁਣ ਉਹਨੂੰ ਅੱਗ ਨਹੀਂ ਲੱਗ ਸਕਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਵੀ ਜਦੋਂ ਘੁਮਿਆਰ ਆਉਂਦਾ ਹੈ, ਉਹ ਮਿੱਟੀ ਪੁੱਟਦਾ ਆ ਕੇ ਉਹਦੀਆਂ ਫਿਰ ਇੱਟਾਂ ਬਣਾਉਂਦਾ ਹੈ। ਇੱਟਾਂ ਨੂੰ ਜਦੋਂ ਉਹ ਆਵੇ ਵਿੱਚ ਪਾਉਂਦਾ ਹੈ, ਅੱਗ ਲੱਗਦੀ ਹੈ, ਉਹ ਮਿੱਟੀ ਵਿੱਚ ਉਹ ਹੱਡੀਆਂ ਤੇ ਉੱਦਾਂ ਹੀ ਹੈ ਨਾ, ਸਰੀਰ ਤੇ ਉੱਦਾਂ ਹੀ ਹੈ। ਤੇ ਉਹ ਫਿਰ ਜਦੋਂ ਮਿੱਟੀ ਨੂੰ ਅੱਗ ਲੱਗਦੀ ਹੈ, ਸਰੀਰ ਵੀ ਤਾਂ ਫਿਰ ਸੜਦਾ ਨਾਲੇ। ਫਿਰ ਕਹਿਣ ਲੱਗੇ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, कड़ भांडे इट्टा किया जल्दी करे पुकार। वो शरीर फिर जलदा है, पुकारा करता है। तो सतगुरु हुण संबोधन करते हैं भी पानी जेकर पींदे हो, सोचते असीं शाकाहारी हाँ, असीं मांस तां नहीं खांदे हाँ, पर पानी भी छड्ड दिओ। फिर तां पंडित कहण लगे एते रस छोड़ होवे सन्यासी, नानक कहे विचारा। गुरु साहब कहण लगे कि देखो जेकर कोई त्यागी बनता है ना, फिर पूरा त्यागी बने, नहीं तो आप दा कोई प्रचार ना करे। ऐ सोचे कि परमात्मा तुहाडा संसार बनया होया है, जिवें चलदा है मैं विच कोई भी रुकावट नहीं बनना चाहुंदा हाँ, तुहाडा संसार है, तुसी चला रहे हो। तो जेकर तुसी सोचदे हो ऐ पंडितो, फिर कह लगे सारे रस छड्ड दिओ, भोजन खाना छड्ड दिओ, पानी ना पिया करो, दुध ना पिया करो, क्योंकि ये भी तो मास तो आया है। ऐ विचार कर लो। ऐ गुरु साहब ने समझाया है कि भाई देखो जेकर बुरे काम नहीं छड़ सकते हो, फिर ऐ ऐलानिया प्रचार करना त्याग दिओ। इत्थे गुरु साहब ने मास खाण की कोई हामै नहीं भरी है। ऐ समझ लेना, गुरु साहब ऐ नहीं कहते भी खाओ हुण रज के। गुरु साहब समझाते हैं कि मास का विरोधा बननी है कोई। जेकर कोई मजबूर है, किसी ने मजबूरी है, कोई देशों में भोजन नहीं भुगदा, वो खांदा है, ਇਹਦਾ ਇਹ नहीं मतलब भी वो नरकां नूं जावेगा। हुण पुराने समय में ਸਿੰਘਾਂ ਦੇ ਇਹੋ ਜਿਹੀ ਆਫਤ ਬਣੀ ਸੀ, जंगलों में रहना, कई बार घोड़ियां का पट्टां का मांस ला के खाना, कदे छलना खा के गुजारा करना। अज दे सिख भी उन्हां दीयां रीसां करन, ये तो फिर मूढ़ता ही है ना। उन्हां दे रीसां ओह ही कर सकते हैं, उन्हां वर्गे असीं नहीं बन सकते हाँ। उन्हां दा जीवन बड़ा उच्चा सुच्चा, अठे पैर नाम विच रते रहना, अठे पैर परोपकार की भावना। साडा ख्याल की हुंदा है, खा लिया सारा कुछ, हुण सोचते लोगों को हड़प लीए सारा कुछ, खो लीए सारा कुछ। यह धर्म नहीं है। इत्ते रस होवे सन्यासी,
ਤੇ ਰਸ ਛੋੜ ਹੋਵੇ ਸੰਨਿਆਸੀ, ਨਾਨਕ ਕਹਿ ਵਿਚਾਰਾ। ਗੁਰੂ ਸਾਹਿਬ ਕਹਿ ਲਗੇ ਵੀ ਇੰਨੇ ਰਸਾਂ ਨੂੰ ਛੱਡ ਕੇ ਕੋਈ ਸੰਨਿਆਸੀ ਹੋਏ ਤੇ ਉਹ ਅਸਲੀ ਤਿਆਗੀ ਹੈ। ਨਹੀਂ ਤੇ ਫਜ਼ੂਲ ਦੀਆਂ ਚਰਚਾਵਾਂ ਨੇ, ਮਾਸ ਖਾਣਾ ਨਹੀਂ ਖਾਣਾ, ਇਹ ਵਿਕਾਰ ਦੀਆਂ ਚਰਚਾ ਨੇ। ਗੁਰੂ ਸਾਹਿਬ ਜਿਵੇਂ ਅੱਗੇ ਸੰਬੋਧਨ ਕਰਦੇ ਨੇ, ਅਸੀਂ ਵਿਚਾਰਾਂ ਸ਼ਰਵਣ ਕਰਾਂਗੇ। ਤੁਸ਼ ਬੁੱਧੀ ਨਾਲ ਆਪ ਸਾਧ ਸੰਗਤ ਜੀ ਦੇ ਸਾਹਮਣੇ ਗੁਰੂ ਸਾਹਿਬ ਦੀ ਵਿਚਾਰ ਪ੍ਰਗਟ ਕਰਦੇ ਹਾਂ। ਬੇਅੰਤ ਭੁੱਲਾਂ ਦੀ ਖਿਮਾ ਗੁਰੂ ਸਾਹਿਬ ਬਖਸ਼ਣਹਾਰੇ ਨੇ। ਆਪ ਸਾਧ ਸੰਗਤ ਹੋ ਬਖਸ਼ਣਯੋਗ ਹੋ, ਕਿਰਪਾ ਕਰਨੀ, ਅੱਗੇ ਵਾਸਤੇ ਸਮਰਥ ਬਖਸ਼ਣੀ। ਆਪ ਦਾ ਰੋਮ ਰੋਮ ਕਰਕੇ ਧੰਨਵਾਦ ਹੈ ਜੋ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਸਾਹਿਬ ਦੇ ਇਤਿਹਾਸ ਨੂੰ ਸੁਣਿਆ। ਆਓ ਜੀ ਅਖੀਰਲੀਆਂ ਪੰਕਤੀਆਂ ਪੜ੍ਹੀਏ, ਗੁਰ ਫਤਿਹ ਵਿੱਚ ਸਾਂਝ ਪਾਈਏ। ਤੋਵਾ ਆਖਿਆ ਹਉ ਬਹੁ ਬਿਦ ਅੱਛਾ, ਤੋਵੈ ਬਹੁਤ ਵਿਕਾਰਾ, ਇਤੇ ਰਸ ਛੋੜ ਹੋਵੈ ਸੰਨਿਆਸੀ, ਨਾਨਕ ਕਹਿ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ।